ਭਾਈ ਤਾਰੂ ਸਿੰਘ ਜੀ ਦੀ ਸਾਖੀ ਆਪਾਂ ਬਹੁਤ ਦਿਨਾਂ ਤੋਂ ਸਰਵਣ ਕਰ ਰਹੇ ਹਾਂ। ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਦਿੱਤੀ ਔਰ ਲਾਹੌਰ ਦੀ ਖਾਈ 'ਚ ਸਿੱਟ ਦਿੱਤਾ, ਜਿੱਥੋਂ ਲਾਹੌਰ ਦੇ ਸਿੱਖ ਧਰਮਸ਼ਾਲਾ ਵਿੱਚ ਗੁਰਦੁਆਰੇ ਵਿੱਚ ਲੈ ਗਏ, ਜਿੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ 22 ਦਿਨ ਜਿਉਂਦੇ ਰਹੇ ਹਨ। ਜਿਸ ਦਿਨ ਭਾਈ ਸਾਹਿਬ ਦੀ ਖੋਪਰੀ ਲਾਈ, ਉਸੇ ਦਿਨ ਤੋਂ ਹੀ ਜ਼ਕਰੀਆ ਖਾਨ ਨੂੰ ਸ਼ਹੀਦੀ ਪਹਿਰਾ ਲੱਗ ਗਿਆ। ਪਿਸ਼ਾਬ ਆਉਣਾ ਬੰਦ ਹੋ ਗਿਆ, ਮਲ ਮੂਤਰ ਦੀ ਕਿਰਿਆ ਬੰਦ ਹੋ ਗਈ। ਬਹੁਤ ਦੁਖੀ ਹੋਇਆ, ਬਹੁਤ ਸਾਰੇ ਇਲਾਜ ਹਕੀਮਾਂ ਤੋਂ ਵੈਦਾਂ ਤੋਂ ਕਰਵਾਏ। ਜਦੋਂ ਆਰਾਮ ਨਹੀਂ ਆਇਆ ਤਾਂ ਫਿਰ ਕਲਾਮਾਂ ਪੜ੍ਹਨ ਵਾਲੇ ਮੌਲਵੀਆਂ ਕੋਲੋਂ ਸੈਫੀਆਂ ਪੜ੍ਹਾਈਆਂ, ਝਾੜੇ ਕਰਾਏ, ਧਾਗੇ ਤਵੀਤ, ਬਹੁਤ ਪੀਰਾਂ ਫਕੀਰਾਂ ਦੀਆਂ ਮੰਨਤਾਂ ਮੰਨੀਆਂ, ਸ਼ੀਰਣੀਆਂ ਵੰਡੀਆਂ, ਚਾਦਰਾਂ ਚੜਾਈਆਂ, ਪਰੰਤੂ ਫਿਰ ਵੀ ਆਰਾਮ ਨਹੀਂ ਆਇਆ। ਪੰਡਤਾਂ ਕੋਲੋਂ ਵੀ ਪ੍ਰਾਰਥਨਾ ਕਰਵਾਈ, ਸਾਰੇ ਧਰਮਾਂ ਕੋਲੋਂ, ਪਰ ਕੁਛ ਨਹੀਂ ਬਣਿਆ। ਫਿਰ ਸਮਝ ਆਈ, ਸ਼ਹੀਦੀ ਫੌਜ ਦੇ ਦਰਸ਼ਨ ਹੋਣ ਲੱਗ ਪਏ। ਸਿੰਘਾਂ ਦੀ ਫੌਜ ਆ ਕੇ ਸਲੋਤਰ ਮਾਰਦੀ ਹੈ, ਡੰਡੇ ਮਾਰਦੀ ਹੈ, ਉੱਠ ਉੱਠ ਕੇ ਬਹਿੰਦਾ ਹੈ। ਨਾ ਕਦੀ ਮੰਜੇ ਤੇ ਸੌਣ ਦਿੰਦੇ ਆ ਸਿੰਘ, ਨਾ ਜ਼ਮੀਨ ਤੇ ਬਹਿਣ ਦਿੰਦੇ ਆ, ਨਾ ਤੁਰਨ ਜੋਗਾ ਹੈ, ਨਾ ਬਹਿਣ ਜੋਗਾ ਹੈ, ਨਾ ਲੰਮਾ ਪੈਣ ਜੋਗਾ ਹੈ। ਹਾਏ ਹਾਏ ਕਰ ਰਿਹਾ, ਜਿਵੇਂ ਬਾਣੀ 'ਚ ਮਹਾਰਾਜ ਕਹਿੰਦੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਜਿਵੇਂ ਮਧਾਣੀ ਦੁੱਧ ਨੂੰ ਰਿੜਕ ਦਿੰਦੀ ਆ, ਧਰਮ ਰਾਏ ਪਾਪੀਆਂ ਨੂੰ ਰਿੜਕ ਦਿੰਦਾ ਹੈ। ਇਸ ਤਰ੍ਹਾਂ ਇਹ ਹਾਲਤ ਬਣ ਗਈ ਇਸ ਪਾਪੀ ਦੀ। ਜ਼ਕਰੀਆ ਖਾਨ ਦੀ ਦੁਰਦਸ਼ਾ ਭਾਈ ਸਾਹਿਬ ਨੇ ਬਿਆਨ ਕੀਤੀ, ਆਪਾਂ ਪਿਛਲੇ ਪ੍ਰਕਰਣ ਵਿੱਚ ਸਰਵਣ ਕਰ ਚੁੱਕੇ ਹਾਂ। ਹੁਣ ਭਾਈ ਰਤਨ ਸਿੰਘ ਜੀ ਸ਼ਹੀਦ ਲਿਖਦੇ ਆ ਵੀ ਜ਼ਕਰੀਏ ਨੇ ਭਾਈ ਸੁਬੇਗ ਸਿੰਘ ਜੀ ਨੂੰ ਜੋ ਕੈਦ ਕੀਤਾ ਹੋਇਆ ਸੀ ਜੇਲ੍ਹ ਵਿੱਚ, ਉੱਥੋਂ ਕਢਾ ਕੇ ਬਾਹਰ ਸੱਦਿਆ। ਕਹਿਣ ਲੱਗਾ, ਸੁਬੇਗ ਸਿੰਘ ਮੈਂ ਬਹੁਤ ਗਲਤੀਆਂ ਕੀਤੀਆਂ, ਬੜੇ ਗੁਨਾਹ ਕੀਤੇ ਐ, ਤੁਹਾਨੂੰ ਸਾਰਿਆਂ ਨੂੰ ਮੈਂ ਦੁੱਖ ਦਿੱਤੇ ਸਿੱਖਾਂ ਨੂੰ, ਹੁਣ ਮੈਨੂੰ ਬਖਸ਼ੋ। ਖਾਲਸੇ ਕੋਲ ਜਾਓ, ਭਾਈ ਤਾਰੂ ਸਿੰਘ ਦੀ ਮਿਹਨਤ ਕਰੋ, ਉਹਨਾਂ ਨੂੰ ਕਹੋ ਕਿ ਮੈਨੂੰ ਬਖਸ਼ ਦੇਣ। ਮੇਰੇ ਵੱਲੋਂ ਹੱਥ ਲਾਓ ਤਾਰੂ ਸਿੰਘ ਦੇ ਪੈਰਾਂ ਨੂੰ, ਮਿਹਨਤਾਂ ਕਰੋ, ਮੇਰੀ ਜਾਨ ਬਖਸ਼ੋ, ਮੇਰਾ ਗੁਨਾਹ ਬਖਸ਼ੋ, ਮੇਰੀ ਗਲਤੀ ਬਖਸ਼ੋ। ਜਿੱਦਾਂ ਤਰਲੇ ਕਰ ਰਿਹਾ ਜ਼ਕਰੀਆ ਖਾਨ ਹਾਏ ਹਾਏ ਕਰਕੇ, ਉਹ ਕਥਾ ਰਤਨ ਸਿੰਘ ਜੀ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਆ। ਸਾਰੀ ਸੰਗਤ ਸਰਵਣ ਕਰੀਏ। ਇਹ ਕਥਾ ਸਾਧ ਸੰਗਤ ਜੀ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਵਾਪਰੀ ਹੈ ਤੇ ਸ਼ਹੀਦਾਂ ਨੇ ਆਪ ਹੀ ਲਿਖੀ ਹੈ। ਭਾਈ ਰਤਨ ਸਿੰਘ ਜੀ ਭਾਈ ਮਤਾਬ ਸਿੰਘ ਦੇ ਪੋਤਰੇ ਹਨ ਤੇ ਭਾਈ ਮਤਾਬ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਸਾਥੀ ਸੰਗੀ ਰਹੇ ਹਨ, ਜਿਨ੍ਹਾਂ ਨੇ ਉਹਨਾਂ ਦੇ ਨਾਲ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਇਹ ਆਪਣੇ ਪਰਿਵਾਰ ਦੀ, ਇਹ ਸਾਡੇ ਸਾਰੇ ਖਾਲਸੇ ਪੰਥ ਦੇ ਪਰਿਵਾਰ ਦੀ ਕਥਾ ਹੈ। ਸਾਨੂੰ ਸਾਰਿਆਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਜਿੰਨਾ ਚਿਰ ਸਾਰੇ ਪੰਥ ਪ੍ਰਕਾਸ਼ ਔਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਨਹੀਂ ਆਪਾਂ ਸੁਣਦੇ, ਉਹਨਾਂ ਚਿਰ ਸਾਨੂੰ ਗੁਰਬਾਣੀ ਦਾ ਆਸ਼ਾ ਵੀ ਸਮਝ ਨਹੀਂ ਆਉਂਦਾ। ਸਾਧ ਸੰਗਤ ਜੀ, ਸਿੱਧਾ ਜਿਹਾ ਸਿਧਾਂਤ ਹੈ। ਅਸੀਂ ਗੱਲ ਕਿਹਦੀ ਸੁਣਾਂਗੇ? ਜਿਹਦੇ ਪ੍ਰਤੀ ਸਾਨੂੰ ਗਿਆਨ ਹੋਵੇਗਾ ਵੀ ਇਹ ਬੰਦਾ ਕੌਣ ਹੈ। ਜਿਹੜੇ ਵਿਦਵਾਨ ਦੀ, ਮਹਾਪੁਰਸ਼ ਦੀ ਸ਼ਖਸੀਅਤ ਬਾਰੇ ਪਤਾ ਨਹੀਂ, ਉਹਦੇ ਗਿਆਨ ਦੀ ਗੱਲ ਵੀ ਸਾਨੂੰ ਸਮਝ ਨਹੀਂ ਆਉਂਦੀ। ਇਸ ਲਈ 10 ਗੁਰੂਆਂ ਦਾ ਤੇ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਸਭ ਨੂੰ ਸੁਣਨਾ ਚਾਹੀਏ। ਆਓ ਹਾਂ ਮਨ ਬਿਰਤੀਆਂ ਜੋੜ ਕੇ ਆਨੰਦ ਮਾਣੀਏ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁਬੇਗ ਸਿੰਘ ਚੁੱਪ ਹੋ ਰਹਿਓ, ਫੁਰੈ ਨਾ ਕਾਈ ਬਾਤ। ਭਾਈ ਸੁਬੇਗ ਸਿੰਘ ਜੀ ਜਦੋਂ ਜ਼ਕਰੀਆ ਨੇ ਮਿੰਨਤਾਂ ਕੀਤੀਆਂ, ਉਹਦੀ ਗੱਲ ਸੁਣ ਕੇ ਚੁੱਪ ਜੇ ਕਰ ਗਏ। ਕੀ ਜਵਾਬ ਦਈਏ ਹੁਣ ਇਹ ਜ਼ਕਰੀਆ ਖਾਨ ਨੂੰ? ਇੱਕ ਤਾਂ ਇਹ ਪਾਪੀ ਬੜਾ ਵੱਡਾ ਹੈ, ਇਹਨੇ ਪਾਪ ਬਹੁਤ ਕੀਤੇ ਹਨ। ਜਦੋਂ ਪਾਪ ਕੀਤੇ ਉਦੋਂ ਤੇ ਅੱਖਾਂ ਤੇ ਪੱਟੀ ਵੱਜੀ ਹੋਈ ਸੀ, ਸੁਝਦਾ ਹੀ ਕੁਛ ਨਹੀਂ ਸੀ, ਕਰੀ ਜਾਂਦਾ ਸੀ ਅੰਨ੍ਹੇਵਾਹ। ਹੁਣ ਲੇਖਾ ਦੇਣਾ ਪਿਆ ਹੈ ਤੇ ਹੁਣ ਚੀਕਾਂ ਮਾਰਦਾ ਹੈ, ਹੁਣ ਤਰਲੇ ਕਰਦਾ, ਮੈਨੂੰ ਬਖਸ਼ੋ, ਮੇਰੀ ਜਾਨ ਬਖਸ਼ੋ। ਭਾਈ ਮਨੀ ਸਿੰਘ ਜੈਸੇ ਮਹਾਪੁਰਸ਼ਾਂ ਦੇ ਬੰਦ ਇਹਨੇ ਕੱਢ ਦਿੱਤੇ। ਭਾਈ ਹਕੀਕਤ ਰਾਏ ਵਰਗੇ ਨੌਜਵਾਨ ਧਰਮੀ ਮਾਰ ਦਿੱਤੇ। ਹਜ਼ਾਰਾਂ ਸਿੰਘ ਫੜ ਕੇ ਗ੍ਰਿਫਤਾਰ ਕੀਤੇ, ਸ਼ਹੀਦ ਕੀਤੇ। ਸਿੰਘਾਂ ਦੇ ਸਿਰਾਂ ਦੇ ਮੁਨਾਰੇ ਚਿਣ ਦਿੱਤੇ ਲਾਹੌਰ ਦੇ ਵਿੱਚ ਬਣਾ ਕੇ। ਐਡਾ ਪਾਪੀ
ਤੇ ਹੁਣ ਜਦੋਂ ਆਪ ਦੁਖੀ ਹੋਇਆ, ਆਪਣੀ ਜਾਨ ਨੂੰ ਖਤਰਾ ਹੋਇਆ, ਤੇ ਹੁਣ ਤਰਲੇ ਲੈਂਦਾ ਹੈ। ਭਾਈ ਸੁਬੇਗ ਸਿੰਘ ਜੀ ਉਹਦੀ ਗੱਲ ਸੁਣ ਕੇ ਚੁੱਪ ਕਰ ਗਏ ਹਨ। ਨਵਾਬ ਤਬੈ ਲਾਵਨ ਲੱਗੋ ਸੁਬੇਗ ਸਿੰਘ ਪਗ ਹਾਤ। ਨਵਾਬ ਜ਼ਕਰੀਏ ਖਾਨ ਨੇ ਵੇਖਿਆ ਸੁਬੇਗ ਸਿੰਘ ਮੇਰੀ ਗੱਲ ਸੁਣ ਕੇ ਚੁੱਪ ਕਰ ਗਿਆ, ਬੋਲਦਾ ਨਹੀਂ, ਕਿਤੇ ਜਵਾਬ ਹੀ ਨਾ ਦੇ ਦਵੇ। ਅੱਗੇ ਹੋ ਕੇ ਰਿੜਦੇ ਨੇ, ਕਿਉਂਕਿ ਤੁਰ ਤਾਂ ਸਕਦਾ ਹੀ ਨਹੀਂ ਸੀ। ਮੰਜੇ ਤੇ ਪੈਂਦਾ ਸੀ ਤੇ ਉਛਲ ਕੇ ਥੱਲੇ ਆ ਜਾਂਦਾ ਸੀ। ਮੰਜੇ ਤੇ ਵੀ ਸ਼ਹੀਦ ਸਿੰਘ ਪੈਣ ਨਹੀਂ ਸੀ ਦਿੰਦੇ। ਤੇ ਰਿੜਦਾ ਅੱਗੇ ਵਧਿਆ ਤੇ ਸੁਬੇਗ ਸਿੰਘ ਦੇ ਪੈਰੀਂ ਹੱਥ ਲਾਉਣ ਲੱਗਾ ਹੈ। ਕਹਿੰਦਾ, ਤਰਲਾ ਸੁਬੇਗ ਸਿਆਂ, ਮੇਰੀ ਜਾਨ ਬਖਸ਼ਾ ਦੇ। ਚਾਉ ਪਈ ਸੁਬੇਗ ਸਿੰਘ ਜੀ ਜਹ ਆਈ। ਭਾਈ ਸੁਬੇਗ ਸਿੰਘ ਦੇ ਮਨ ਵਿੱਚ ਇਉਂ ਆਈ ਨਵਾਬ ਕਹਿਓ ਤਿਮ ਕਹਿਉ ਜਾਈ। ਵੀ ਜੇ ਇਹ ਤਰਲੇ ਕਰਦਾ ਹੈ, ਮੈਂ ਇਹਦੀ ਸਿਫਾਰਿਸ਼ ਕਿਵੇਂ ਕਰਾਂ ਜਾ ਕੇ ਭਾਈ ਤਾਰੂ ਸਿੰਘ ਕੋਲ? ਕਿਤੇ ਉਹ ਕੋਈ ਮੈਨੂੰ ਹੀ ਨਾ ਸ਼ਰਾਪ ਦੇ ਦੇਣ। ਜਦੋਂ ਕਿਸੇ ਪਾਪੀ ਦੀ ਹਾਮੀ ਭਰਨੀ ਹੋਵੇ, ਉਹ ਵੀ ਬੜਾ ਸੋਚਣਾ ਪੈਂਦਾ। ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਫਿਰ ਸੋਚਿਆ ਵੀ ਚਲੋ ਜੋ ਜਿੰਨੀ ਗੱਲ ਇਹਨੇ ਕਹੀ ਹੈ ਮੈਂ ਓਨੀ ਕਵਾਂਗਾ, ਆਪਣੇ ਵੱਲੋਂ ਨਹੀਂ ਕੁਝ ਕਵਾਂਗਾ। ਇਹਦੇ ਵੱਲੋਂ ਜਿੰਨੀ ਇਹਨੇ ਗੱਲ ਕਹੀ ਹੈ ਭਾਈ ਸਾਹਿਬ ਨੂੰ ਕਹਿ ਦਿਆਂਗਾ, ਪਰ ਆਪਣੇ ਵੱਲੋਂ ਮੈਂ ਸਿਫਾਰਿਸ਼ ਨਹੀਂ ਕਰਾਂਗਾ। ਨਵਾਬ ਕਹਿਓ ਮੁਝ ਕਰਿਓ ਸਲਾਮ। ਨਵਾਬ ਜ਼ਕਰੀਆ ਖਾਨ ਕਹਿਣ ਲੱਗਾ, ਸੁਬੇਗ ਸਿਆਂ, ਮੇਰੇ ਵੱਲੋਂ ਜਾ ਕੇ ਤਾਰੂ ਸਿੰਘ ਨੂੰ ਸਲਾਮ ਆਖੀ। ਮੁਸਲਮਾਨਾਂ ਵਿੱਚ ਸਲਾਮ ਬੋਲਦੇ ਆ, ਹਿੰਦੂ ਨਮਸਤੇ ਬੋਲਦੇ ਆ, ਖਾਲਸੇ 'ਚ ਫਤਿਹ ਬੁਲਾਉਂਦੇ ਆ। ਇਹ ਭਾਈਚਾਰੇ ਦੀ ਸਾਂਝ ਦਾ ਇੱਕ ਤਰੀਕਾ ਹੈ ਸਮਾਜ ਦਾ। ਮੇਰੇ ਵੱਲੋਂ ਸਲਾਮ ਬੋਗਨੀ ਭਾਈ ਸਾਹਿਬ ਤਾਰੂ ਸਿੰਘ ਨੂੰ। ਬਖਸ਼ੋ ਮੋਹ ਅਬ ਦੇਹੋ ਆਰਾਮ। ਹਾਂ, ਉਹਨੂੰ ਕਹੀਂ ਬਖਸ਼ ਦਿਓ ਮੈਨੂੰ ਤਾਰੂ ਸਿੰਘ ਜੀ, ਮੈਨੂੰ ਆਰਾਮ ਦੇ ਦਿਓ। ਹੁਣ ਮੈਂ ਬਹੁਤ ਦੁਖੀ ਹਾਂ, ਮੇਰੇ ਤੋਂ ਦੁੱਖ ਨਹੀਂ ਝੱਲਿਆ ਜਾ ਰਿਹਾ। ਮੁਝ ਖਾਤਰ ਹੱਥ ਕਦਮੀ ਲਾਇਓ। ਇਹ ਸੁਬੇਗ ਸਿੰਘ, ਮੇਰੇ ਖਾਤਰ ਤਾਰੂ ਸਿੰਘ ਦੇ ਪੈਰੀਂ ਹੱਥ ਲਾਈ। ਤੂੰ ਤਾਂ ਭਾਵੇਂ ਉਹਨੂੰ ਲਾਵੇਂ ਨਾ ਲਾਵੇਂ, ਪਰ ਮੇਰੇ ਵੱਲੋਂ ਜ਼ਰੂਰ ਲਾਵੀਂ। ਜੈ ਚਾਹੋ ਸੋ ਕਰਾਰ ਬੰਧਾਇਓ। ਇਹ ਮੇਰੇ ਵੱਲੋਂ ਤਾਰੂ ਸਿੰਘ ਨੂੰ ਮੱਥਾ ਟੇਕੀ। ਉਹਨੂੰ ਆਖੀ ਜਿਹੜਾ ਇਕਰਾਰ ਕਰਨਾ ਕਰ ਲਵੇ, ਜਿਹੜੀ ਮੈਨੂੰ ਜਿਸ ਤਰ੍ਹਾਂ ਦੀ ਵੀ ਮੇਰੇ ਤੋਂ ਸ਼ਰਤ ਮਨਾਣੀ ਹੈ ਮਨਾ ਲਵੇ, ਪਰ ਮੇਰੀ ਜਾਨ ਸੌਖੀ ਕਰ ਦਵੇ। ਫੇਰ ਸਿੰਘਨ ਕੋ ਮੈਂ ਨਹਿ ਮਾਰੂ। ਔਰ ਮੈਂ ਤੋਬਾ ਕਰਦਾ ਹਾਂ, ਅੱਜ ਤੋਂ ਬਾਅਦ ਮੈਂ ਕਿਸੇ ਸਿੱਖ ਨੂੰ ਦੁੱਖ ਨਹੀਂ ਦਿਆਂਗਾ, ਕਿਸੇ ਸਿੰਘ ਨੂੰ ਨਹੀਂ ਮਾਰਾਂਗਾ। ਮੇਰੇ ਰਾਜ ਵਿੱਚ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਜੇ ਰਾਖੋ ਤੁਮ ਸਾਸ ਹਮਾਰੋ। ਜੇ ਤਾਰੂ ਸਿੰਘ ਜੀ ਮੇਰੀ ਜਾਨ ਬਚਾ ਲੈਣ ਤੇ ਮੈਂ ਕਿਸੇ ਸਿੱਖ ਦਾ ਬੁਰਾ ਨਹੀਂ ਸੋਚਾਂਗਾ ਮੁੜ ਕੇ। ਜਾਓ ਤੁਮ ਹਮਕੋ ਬਖਸ਼ੋ ਨਾਹੀ। ਜੇ ਭਾਈ ਤਾਰੂ ਸਿੰਘ ਜੀ ਤੂੰ ਸਾਨੂੰ ਬਖਸ਼ੇਗਾ ਨਹੀਂ, ਮੈਨੂੰ ਮਾਫ ਨਹੀਂ ਕਰੇਗਾ, ਤਉ ਸਾਸ ਹਮਾਰੇ ਦੁੱਖ ਸੋ ਜਾਹੀ। ਤਾਂ ਮੈਂ ਤੜਫ ਕੇ ਮਰ ਜਾਵਾਂਗਾ। ਮਰੋ ਸਹੀ ਪਰ ਛੁੱਟੇ ਪਿਸ਼ਾਬ। ਠੀਕ ਹੈ, ਜੇ ਤੁਸੀਂ ਮੇਰੀ ਜਾਨ ਨਹੀਂ ਬਖਸ਼ਣੀ ਚਾਹੁੰਦੇ, ਮਾਰਨਾ ਹੀ ਚਾਹੁੰਦੇ ਹੋ, ਮਾਰ ਦਿਓ, ਪਰ ਮੈਨੂੰ ਪਿਸ਼ਾਬ ਤਾਂ ਆ ਜਾਵੇ, ਥੋੜਾ ਜਿਹਾ ਤਾਂ ਮੈਨੂੰ ਆਰਾਮ ਆ ਜਾਵੇ। ਜਾਵੇ ਜਿੰਦ ਪਰ ਬਿਨਾ ਅਜਾਬ। ਜਾਨ ਤੇ ਜਾਣੀ ਹੈ, ਮਰਨਾ ਤਾਂ ਹੈ, ਪਰ ਕਮ ਸੇ ਕਮ ਮਰਨ ਤੋਂ ਪਹਿਲਾਂ ਥੋੜਾ ਸੌਖਾ ਤਾਂ ਹੋ ਜਾਵਾਂ, ਸੌਖੀ ਜਾਨ ਨਿਕਲ ਜਾਵੇ। ਦੋਹਰਾ ਨਵਾਬ ਕਹੀ ਸੋ ਸਭ ਕਹੀ, ਸੁਬੇਗ ਸਿੰਘ ਨੇ ਜਾਏ। ਭਾਈ ਸੁਬੇਗ ਸਿੰਘ ਜੀ ਨਵਾਬ ਜ਼ਕਰੀਆ ਦੀ ਗੱਲ ਸੁਣ ਕੇ ਉਹਦੇ ਘਰੋਂ ਤੁਰੇ। ਨੇੜੇ ਹੀ ਧਰਮਸ਼ਾਲਾ ਵਿੱਚ ਗੁਰੂ ਘਰ ਵਿੱਚ ਗੁਰਸਿੱਖਾਂ ਨੇ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਬਿਠਾਇਆ ਹੋਇਆ ਸੀ। ਭਾਈ ਸਾਹਿਬ ਉੱਥੇ ਭਜਨ ਕਰ ਰਹੇ ਸਨ, ਬਾਣੀ ਜਪਜੀ ਸਾਹਿਬ ਦੇ ਪਾਠ, ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ ਸਨ। ਉਹਨਾਂ ਕੋਲ ਜਾ ਕੇ ਸੁਬੇਗ ਸਿੰਘ ਜੀ ਨੇ ਫਤਿਹ ਗਜਾਈ, ਨਮਸਕਾਰ ਕੀਤੀ ਚਰਨਾਂ ਵਿੱਚ ਤੇ ਹੱਥ ਜੋੜ ਕੇ ਬੇਨਤੀ ਕੀਤੀ। ਅੱਗਿਓਂ ਤਾਰੂ ਸਿੰਘ ਕਹੀ ਫਰਮਾਇਸ਼ ਦੁਸ਼ਟਨ ਲਿਆਏ। ਅੱਗੋਂ ਤਾਰੂ ਸਿੰਘ ਕਹਿਣ ਲੱਗਾ, ਸੁਬੇਗ ਸਿੰਘ ਜੀ ਕਿਹੜੇ ਬੰਦੇ ਦੀ ਸਿਫਾਰਿਸ਼ ਕਰ ਰਹੇ ਹੋ? ਦੁਸ਼ਟਾਂ ਦੀ? ਉਹ ਪਾਪੀ ਦੀ ਜਿਸ ਨੇ ਹਜ਼ਾਰਾਂ ਸਿੰਘ ਤਸੀਹੇ ਦੇ ਦੇ ਕੇ ਮਾਰੇ ਹਨ, ਜਿਹਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੈਸੇ ਬ੍ਰਹਮ ਗਿਆਨੀ ਨਹੀਂ ਛੱਡੇ, ਜਿਹਨੇ ਹਕੀਕਤ ਰਾਏ ਵਰਗੇ ਬੇਕਸੂਰ ਨੌਜਵਾਨ ਚੜ੍ਹਦੀ ਜਵਾਨੀ ਜਿਨ੍ਹਾਂ ਦੇ ਅਜੇ ਹੱਥਾਂ ਨਾਲ ਮਹਿੰਦੀ ਨਹੀਂ ਸੀ ਉਤਰੀ, ਉਹਨਾਂ ਦੀ ਘਰ ਵਾਲੀ 17 ਸਾਲ ਦੀ ਉਮਰ ਸੀ, ਅਜੇ ਵਿਆਹ ਹੋਇਆ ਸੀ ਤੇ ਨਾਲ ਦੀ ਨਾਲ ਹੀ ਮਾਰ ਦਿੱਤਾ ਸੀ। ਇਹੋ ਜਿਹੇ ਨੌਜਵਾਨਾਂ ਨੂੰ ਕਤਲ ਕਰਨ ਵਾਲਾ, ਸਿੱਖਾਂ ਨੂੰ ਮਾਰਨ ਵਾਲਾ ਪਾਪੀ, ਉਹਦੀ ਸਿਫਾਰਿਸ਼ ਕਰਦੇ ਹੋ? ਚਾਓ ਪਈ ਜੋ ਸਿੱਖ ਹਮ ਪੈ ਸਿੱਖ ਕੰਮ ਆਵੈ। ਜੇ ਕੋਈ ਸਿੱਖ
ਸਿੱਖ ਦੇ ਵਾਸਤੇ ਮੇਰੇ ਕੋਲ ਆਵੇ, ਕਿਸੇ ਸਿੱਖ ਦਾ ਕੰਮ, ਸਿੱਖ ਦੀ ਸਿਫਾਰਿਸ਼ ਲੈ ਕੇ ਆਓ ਤਾਂ ਮੈਂ ਮੰਨਦਾ ਹਾਂ। ਹਮਰੇ ਚਾਮ ਕੀ ਪਨਹੀ ਬਣਾਵੈ, ਜੇ ਕੋਈ ਖਾਲਸੇ ਦਾ ਕੰਮ ਹੋਵੇ ਤਾਂ ਦੱਸੋ, ਅਸੀਂ ਕਰਾਂਗੇ, ਜ਼ਕਰੀਏ ਦਾ ਨਹੀਂ ਕਰਾਂਗੇ। ਕਿਸੇ ਗਰੀਬ ਦਾ ਕੋਈ ਕੰਮ ਹੋਵੇ ਕਰਾਂਗੇ, ਕਿਸੇ ਗਰੀਬ ਮੁਸਲਮਾਨ ਦਾ ਵੀ ਕੰਮ ਹੋਵੇ ਉਹ ਵੀ ਕਰਾਂਗੇ, ਪਰ ਜ਼ਕਰੀਏ ਦਾ ਥੋੜਾ ਕਰਾਂਗੇ। ਜੇ ਕੋਈ ਗੁਰਸਿੱਖਾਂ ਦਾ ਜਾਂ ਕਿਸੇ ਗਰੀਬਾਂ ਦੇ ਵਾਸਤੇ ਕੋਈ ਕੰਮ ਕਰਾਉਣ ਲਈ ਆਵੇ, ਹਮਰੇ ਚਾਮ ਕੀ ਪਨਹੀ ਪਾਵੈ, ਮੈਂ ਆਪਣੇ ਚਮੜੇ ਦੀਆਂ ਜੁੱਤੀਆਂ ਸਵਾ ਕੇ ਸਿੱਖਾਂ ਦੇ ਪੈਰਾਂ 'ਚ ਪਵਾ ਦਿਆਂ। ਭਾਈ ਗੁਰਦਾਸ ਜੀ ਦੇ ਬਚਨ ਨੇ ਨਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਮੌਜੜੇ ਕਹਿੰਦੇ ਜੁੱਤਿਆਂ ਨੂੰ, ਜੋੜਿਆਂ ਨੂੰ। ਮੇਰੀ ਖੱਲ ਦੇ ਜੋੜੇ ਬਣਨ, ਗੁਰੂ ਕੇ ਸਿੱਖਾਂ ਦੇ ਪੈਰਾਂ 'ਚ ਪੈ ਜਾਣ। ਭਾਈ ਤਾਰੂ ਸਿੰਘ ਜੀ ਕਹਿੰਦੇ ਆ, ਸਿੱਖ ਕਾਰਨ ਪਗ ਧਰੈ ਜੋ ਧਰਨ, ਜਿਹੜਾ ਕਿਸੇ ਸਿੱਖ ਦੇ ਵਾਸਤੇ, ਕਿਸੇ ਗਰੀਬ ਦੇ ਵਾਸਤੇ, ਕਿਸੇ ਦੇ ਭਲੇ ਦੇ ਵਾਸਤੇ ਕਦਮ ਪੁੱਟਦਾ ਧਰਤੀ ਤੇ, ਹਮ ਧਾਰੈ ਸਿਰ ਉਸ ਕੋ ਚਰਨ, ਅਸੀਂ ਉਹਦੇ ਚਰਨਾਂ ਨੂੰ ਆਪਣੇ ਸਿਰ ਤੇ ਰੱਖਦੇ ਹਾਂ। ਨਿਬਾਬ ਜੋਗ ਵਗਣੀ ਵਗ ਗਈ। ਦੇਖੋ ਭਾਈ ਸਵੇਕ ਸਿੰਘ ਜੀ, ਜਿਹੜਾ ਤੀਰ ਨਿਕਲ ਗਿਆ ਉਹ ਵਾਪਸ ਨਹੀਂ ਆ ਸਕਦਾ। ਨਵਾਬ ਜੋਗ, ਨਵਾਬ ਦੇ ਵਾਸਤੇ ਜਿਹੜੀ ਵਗਣੀ ਸੀ ਹਵਾ ਵਗ ਗਈ। ਜਿਹੜੀ ਸਾਡੀ ਜ਼ੁਬਾਨ ਤੋਂ ਬਚਨ ਨਿਕਲ ਗਿਆ ਉਹ ਹੁਣ ਵਾਪਸ ਨਹੀਂ ਆ ਸਕਦਾ। ਭਾਈ ਸਵੇਕ ਸਿੰਘ ਜੀ, ਭਾਣਾ ਵਰਤ ਚੁੱਕਾ ਹੈ, ਬੀਤ ਚੁੱਕੀ ਨੂੰ ਮੁੜ ਕੇ ਨਹੀਂ ਲਿਆਂਦਾ ਜਾਂਦਾ। ਸਿਫਾਰਿਸ਼ ਦੁਸ਼ਟ ਕੀ ਨਾ ਚਾਹੀਅਤ ਕਹੀ, ਆਪ ਜੀ ਨੂੰ ਵੀ ਉਸ ਦੁਸ਼ਟ ਦੀ ਸਿਫਾਰਿਸ਼ ਕਰਨ ਦੀ ਨਹੀਂ ਲੋੜ, ਉਹਦੀ ਸਿਫਾਰਿਸ਼ ਅਸੀਂ ਮੰਨਣੀ ਨਹੀਂ ਹੈ। ਹੁਣ ਸਿੱਖ ਪਰ ਹਮਰੋ ਨਾਹੀ ਬਸਾਈ, ਤੁਸੀਂ ਗੁਰੂ ਕੇ ਸਿੱਖ ਹੋ ਭਾਈ ਸਵੇਕ ਸਿੰਘ ਜੀ, ਅਸੀਂ ਤੁਹਾਨੂੰ ਜਵਾਬ ਵੀ ਨਹੀਂ ਦੇ ਸਕਦੇ। ਭਾਈ ਤਾਰੂ ਸਿੰਘ ਜੀ ਕਹਿ ਰਹੇ ਆ, ਅਸੀਂ ਤੁਹਾਨੂੰ ਨਹੀਂ ਜਵਾਬ ਦੇ ਸਕਦੇ, ਤੁਹਾਡੇ ਗੁਰਸਿੱਖਾਂ ਦੇ ਸਾਡਾ ਬਸ ਵੀ ਨਹੀਂ ਹੈ, ਪਰ ਜ਼ਕਰੀਏ ਵਾਸਤੇ ਅਸੀਂ ਲਿਹਾਜ਼ ਨਹੀਂ ਕਰ ਸਕਦੇ। ਔਰ ਕਰੇ ਸੰਗ ਉਸਕੇ ਜਾਈ, ਜੇ ਕੋਈ ਉਹਦਾ ਸੰਗ ਕਰੇ, ਉਹਦਾ ਸਾਥ ਦਵੇ ਤਾਂ ਠੀਕ ਨਹੀਂ ਹੈ। ਸੁਬੇਗ ਸਿੰਘ ਆਦਿਓ ਜਵਾਬ, ਭਾਈ ਸਵੇਕ ਸਿੰਘ ਜੀ ਵਾਪਸ ਆ ਗਏ। ਉਹਨਾਂ ਨੇ ਆ ਕੇ ਜ਼ਕਰੀਏ ਨੂੰ ਜਵਾਬ ਦਿੱਤਾ। ਕਹਿਣ ਲੱਗੇ, ਦੇਖੋ ਖਾਨ ਸਾਹਿਬ, ਮੈਂ ਗਿਆ ਸੀ ਪਰ ਭਾਈ ਤਾਰੂ ਸਿੰਘ ਜੀ ਨਹੀਂ ਮੰਨੇ। ਉਹ ਕਹਿੰਦੇ ਜਿਹੜਾ ਤੀਰ ਜ਼ਬਾਨ ਚੋਂ ਨਿਕਲ ਚੁੱਕਾ ਵਾਕ ਉਹ ਪੂਰਾ ਹੋਣਾ, ਉਹ ਟਲਣਾ ਨਹੀਂ। ਬਹੁਤ ਦੁਖੀ ਅਬ ਭਇਓ ਨਿਬਾਬ, ਇਹ ਸੁਣ ਕੇ ਨਵਾਬ ਦੀਆਂ ਚੀਕਾਂ ਨਿਕਲ ਗਈਆਂ, ਦੁਖੀ ਹੋਇਆ, ਕਹਿਣ ਲੱਗਾ, ਹਾਏ ਮੈਂ ਇਦਾਂ ਹੀ ਮਰਾਂਗਾ, ਇਦਾਂ ਹੀ ਤੜਫ ਤੜਫ ਕੇ ਮੇਰੀ ਜਾਨ ਨਿਕਲੇਗੀ। ਜਿਉਂ ਜਿਉਂ ਕਰੈ ਹਕੀਮੀ ਲੋਗ, ਜਿੰਨਾ ਉਹਦਾ ਇਲਾਜ ਕਰਦੇ ਨੇ ਲੋਕ, ਤਿਉਂ ਤਿਉਂ ਰੋਗ ਵਧੀ ਜਾਂਦਾ ਹੈ। ਨਿਬਾਬ ਵਿਆਪੇ ਬਹੁਤੋ ਰੋਗ, ਉਹਨਾਂ ਹੀ ਨਵਾਬ ਨੂੰ ਰੋਗ ਜ਼ਿਆਦਾ ਵੱਧਦਾ। ਜਿੰਨਾ ਇਲਾਜ ਕਰਦੇ ਨੇ, ਜਿੰਨੀਆਂ ਦਵਾਈਆਂ ਦਿੰਦੇ ਨੇ, ਜਿੰਨੀਆਂ ਉਹਦੇ ਕਲਾਮਾਂ ਪੜ੍ਹਦੇ ਨੇ ਸ਼ਹੀਦ ਸਿੰਘ, ਉਹਨਾਂ ਹੀ ਉਹਨੂੰ ਟੈਟ ਕਰ ਦਿੰਦੇ ਨੇ। ਕਾਰਨ ਹੈ ਸਕੈ ਨਵਾਬ ਸੋ ਚੂਪ, ਸੋ ਨਵਾਬ ਚੁੱਪ ਨਹੀਂ ਕਰ ਸਕਦਾ, ਹਾਏ 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 ਕਰਦਾ ਰਹਿੰਦਾ ਜ਼ਕਰੀਆ ਖਾਨ। ਦੁੱਖ ਕਰ ਮਾਰੇ ਵੱਡੀ ਸੋ ਕੂਕ, ਕੂਕਾਂ ਮਾਰਦਾ, ਚੀਕਾਂ ਮਾਰਦਾ, ਰਾਤ ਨੂੰ ਵੀ ਹਾਏ ਹਾਏ ਕਰਦਾ, ਦਿਨੇ ਵੀ। ਸਾਰੇ ਮਹਿਲਾਂ 'ਚ ਉਹਦੀਆਂ ਕੂਕਾਂ ਸੁਣਾਈ ਦਿੰਦੀਆਂ ਨੇ। ਸੁਬੇਗ ਸਿੰਘ ਸੋ ਯਾਓ ਫਿਰ ਕਹਿਓ, ਔਰ ਭਾਈ ਸੁਬੇਗ ਸਿੰਘ ਜੀ ਨੂੰ ਬੁਲਾ ਕੇ ਦੁਬਾਰਾ ਫੇਰ ਕਹਿਣ ਲੱਗਾ, ਮੈਂ ਅਬ ਖਾਲਸੇ ਸ਼ਰਣੀ ਆਇਓ। ਦੇਖ ਭਾਈ ਸੁਬੇਗ ਸਿੰਘ, ਮੈਂ ਤੁਹਾਡੇ ਪੰਥ ਖਾਲਸੇ ਦੀ ਸ਼ਰਣੀ ਜਾਣਾ ਚਾਹੁੰਦਾ ਹਾਂ। ਮੈਂ ਹੁਣ ਤੁਹਾਡੇ ਪੈਰੀ ਪਿਆ ਹਾਂ, ਮੈਨੂੰ ਹੁਣ ਪੰਥ ਖਾਲਸੇ ਕੋਲੋਂ ਬਖਸ਼ਵਾ ਦੇ। ਦੋਹਰਾ ਤਾਰੂ ਸਿੰਘ ਕੇ ਸਰਾਪ ਹੋਏ, ਸਕੈ ਨਾ ਕੋਉ ਮੋਰ, ਕਿਉਂਕਿ ਤਾਰੂ ਸਿੰਘ ਦੀ ਜ਼ੁਬਾਨ ਤੋਂ ਜੋ ਮੈਨੂੰ ਸਰਾਪ ਮਿਲਿਆ ਹੈ ਉਹਨੂੰ ਕੋਈ ਮੋੜ ਨਹੀਂ ਸਕਦਾ। ਜੋ ਮੋੜੇ ਤੋ ਖਾਲਸਾ ਔਰ ਨਾ ਸਾਕੇ ਮੋਰ, ਜੇ ਮੋੜ ਸਕਦਾ ਹੈ ਤਾਂ ਖਾਲਸਾ ਪੰਥ ਮੋੜ ਸਕਦਾ ਹੈ, ਕਿਉਂਕਿ ਪੰਥ ਖਾਲਸਾ ਸਰਵੋਤਮ ਹੈ। ਪੰਥ ਦਾ ਵਚਨ ਭਾਈ ਤਾਰੂ ਸਿੰਘ ਜੀ ਵੀ ਨਹੀਂ ਮੋੜਨਗੇ ਤੇ ਪੰਥ ਦਾ ਵਚਨ ਕਲਗੀਧਰ ਪਿਤਾ ਜੀ ਵੀ ਨਹੀਂ ਮੋੜਦੇ। ਇਸ ਕਰਕੇ ਖਾਲਸਾ ਪੰਥ ਸੁਣਿਆ ਹੈ ਤੁਹਾਡੇ 'ਚ ਸਭ ਤੋਂ ਵੱਡੀ ਤਾਕਤ ਹੈ, ਉਹ ਬਖਸ਼ ਸਕਦੇ ਤਾਂ ਉਹਨਾਂ ਕੋਲੋਂ ਮੈਨੂੰ ਬਖਸ਼ਵਾ ਦੇ। ਚਾਓ ਪਾਈ ਜਿਸ ਜਲ ਉਪਜੈ ਸੋ ਜਲ ਮਾਰੀ, ਜ਼ਕਰੀਆ ਖਾਨ ਪੜ੍ਹਿਆ ਲਿਖਿਆ ਬਹੁਤ ਸੀਗਾ ਕਹਿੰਦੇ ਆ, ਤੇ ਗੁਰਬਾਣੀ ਵੀ, ਗੁਰੂ ਗ੍ਰੰਥ ਸਾਹਿਬ ਵੀ ਉਹਨੂੰ ਕਾਫੀ ਉਹਨੇ ਸੁਣਿਆ ਹੋਇਆ ਸੀ। ਕਿਉਂਕਿ ਜਿਹੜੇ ਵੱਡੇ ਰਾਜਨੀਤਿਕ ਲੋਕ ਹੁੰਦੇ ਆ ਨਾ, ਇਹ ਦੂਸਰੇ ਦੇ ਧਰਮ ਦੇ ਬਾਰੇ ਵੀ ਜਾਣਕਾਰੀ ਬਹੁਤ ਰੱਖਦੇ ਆ। ਇਹਨਾਂ ਦਾ ਕੰਮ ਹੀ ਇਹ ਹੁੰਦਾ, ਸਮਾਜ ਐਵੇਂ ਤਾਂ ਨਹੀਂ ਚਲਾਉਣਾ, ਰਾਜ ਚਲਾਉਣਾ ਹੁੰਦਾ। ਭਾਈ ਸਵੇਕ ਸਿੰਘ ਨੂੰ ਦਲੀਲ ਦਿੰਦਾ, ਕਹਿੰਦਾ ਦੇਖੋ ਸਵੇਕ ਸਿੰਘ ਜੀ, ਜਿਹੜੇ ਜਲ ਤੋਂ ਜੀਵ ਪੈਦਾ ਹੁੰਦੇ ਨੇ ਉਹੀ ਜਲ ਜੀਵਾਂ ਨੂੰ ਡੋਬ ਦਿੰਦਾ ਹੈ।
ਜਿਸ ਜਲ ਉਪਜੇ ਸੋ ਜਲ ਮਾਰੇ। ਹੁਣ ਆਪਾਂ ਸਾਰੇ ਪਾਣੀ ਤੋਂ ਹੀ ਪੈਦਾ ਹੋਏ ਆ, ਪਰ ਜੇ ਪਾਣੀ ਦੇ ਵਿੱਚ ਵੜਾਂਗੇ ਤੇ ਡੁੱਬ ਵੀ ਜਾਵਾਂਗੇ ਨਾ, ਮਰਾਂਗੇ ਵੀ। ਪਾਣੀ ਪੈਦਾ ਵੀ ਕਰਦਾ, ਪਾਣੀ ਮਾਰਦਾ ਵੀ ਹੈ। ਜੋ ਜਲ ਮਾਰੇ ਸੋ ਜਲ ਤਾਰੇ। ਔਰ ਜਿਹੜਾ ਜਲ ਮਾਰਦਾ ਹੈ ਉਹ ਤਾਰਦਾ ਵੀ ਹੈ। ਇਹ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਤਰ ਡੁੱਬੈ ਡੁੱਬਾ ਤਰੈ ਪੀ ਪਿਰਮ ਪਿਆਲਾ। ਪਾਣੀ 'ਚ ਜਿਹੜਾ ਬੰਦਾ ਡੁੱਬ ਜਾਵੇ ਨਾ, ਮਰ ਜਾਵੇ, ਉਹਦੀ ਲਾਸ਼ ਆਪੇ ਉੱਪਰ ਤਰ ਆਉਂਦੀ ਹੈ। ਜਿਹੜਾ ਜਲ ਡੋਬਦਾ ਹੈ ਉਹ ਫਿਰ ਜਲ ਬਾਅਦ ਵਿੱਚ ਤਾਰ ਵੀ ਦਿੰਦਾ ਹੈ। ਹਾਂਜੀ, ਜੋ ਖਾਲਸੋ ਮਾਰਨ ਵਾਰ। ਔਰ ਦੇਖੋ ਪਾਣੀ ਦੇ ਵਿੱਚ ਲੱਕੜ ਪੈਦਾ ਹੁੰਦੀ ਹੈ, ਪਾਣੀ ਤੋਂ ਹੀ ਪੈਦਾ ਹੁੰਦੇ ਦਰਖਤ ਸਾਰੇ, ਤੇ ਉਹਨੂੰ ਵੀ ਪਾਣੀ ਤਾਰ ਦਿੰਦਾ ਹੈ। ਇਸ ਕਰਕੇ ਖਾਲਸਾ ਜੇ ਮਾਰਨ ਵਾਲਾ ਹੈ ਤੇ ਖਾਲਸਾ ਤਾਰਨ ਵਾਲਾ ਵੀ ਹੈ। ਹਾਂਜੀ, ਖਾਲਸੋ ਚਾਹੈ ਤੋ ਕਰੈ ਨਿਹਾਲ। ਉਹੀ ਖਾਲਸਾ ਜੇ ਚਾਹੇ ਤਾਂ ਮੈਨੂੰ ਬਖਸ਼ ਵੀ ਸਕਦਾ ਹੈ। ਜੇ ਖਾਲਸੇ ਦੇ ਸਰਾਪ ਨਾਲ, ਸਿੰਘਾਂ ਦੇ ਸਰਾਪ ਨਾਲ ਮੈਂ ਦੁੱਖ ਪਾ ਰਿਹਾ ਹਾਂ, ਤੇ ਸਿੰਘਾਂ ਦੇ ਵਰ ਦੇ ਨਾਲ ਮੈਂ ਸੁਖੀ ਵੀ ਹੋ ਸਕਦਾ ਹਾਂ। ਤਤ ਖਾਲਸੋ ਹੈ ਜਿਹ ਜਾਈ। ਭਾਈ ਸੁਵੇਗ ਸਿੰਘ ਜੀ, ਤੁਹਾਡਾ ਪੰਥ ਖਾਲਸਾ, ਤਤ ਖਾਲਸਾ ਇਸ ਵੇਲੇ ਜਿੱਥੇ ਵੀ ਹੈ, ਜਾਏ ਤੁਰਤ ਤੂੰ ਤਿਸ ਹੀ ਥਾਏ। ਤੂੰ ਉੱਥੇ ਹੀ ਚਲਾ ਜਾ ਜਿੱਥੇ ਸਿੰਘਾਂ ਦੇ ਦਲ ਹਨ। ਹਮਰੇ ਥਾਂ ਤੁਮ ਪੈਰੀ ਪਰੋ। ਸਾਡੇ ਵੱਲੋਂ ਜਾ ਕੇ ਖਾਲਸੇ ਦੇ ਪੈਰੀ ਪੈਣਾ ਕਰੋ। ਹਮਰੀ ਥਾਂ ਤੁਮ ਬਿਨਤੀ ਕਰੋ। ਸਾਡੀ ਥਾਂ ਤੇ ਪੰਥ ਖਾਲਸੇ ਨੂੰ ਬੇਨਤੀ ਕਰੋ। ਮੈਂ ਤੇ ਹੋਈ ਵੱਡ ਤਕਸੀਰ। ਖਾਲਸੇ ਨੂੰ ਕਹੋ ਕਿ ਮੇਰੇ ਕੋਲੋਂ, ਜ਼ਕਰੀਆ ਖਾਂ ਕਹਿੰਦਾ, ਮੇਰੇ ਕੋਲੋਂ ਬਹੁਤ ਵੱਡੀ ਤਕਸੀਰ ਹੋਈ ਹੈ, ਭੁੱਲ ਹੋਈ ਹੈ, ਗੁਨਾਹ ਹੋਇਆ ਬਹੁਤ ਵੱਡਾ। ਮੈਂ ਤੁਮਰੋ ਹੋ ਦੇਵਨ ਗੀਰ। ਖਾਲਸਾ ਜੀ, ਮੈਂ ਤੁਹਾਡਾ ਦੇਣਦਾਰ ਹਾਂ, ਮੈਂ ਤੁਹਾਡਾ ਗੁਨਾਹਗਾਰ ਹਾਂ। ਖਾਲਸਾ ਜੀ, ਮੈਂ ਤੁਹਾਡਾ ਅਪਰਾਧੀ ਹਾਂ। ਏਦਾਂ ਮੇਰੇ ਵੱਲੋਂ ਪੰਥ ਕੋਲ ਬੇਨਤੀ ਕਰੋ ਜਾ ਕੇ। ਐ ਗੁਰ ਤੁਮਰੋ ਲਿਖਿਆ ਯਾਹੀ। ਤੁਹਾਡੇ ਗੁਰੂ ਨੇ, ਦੇਖੋ ਇੱਥੇ ਹੁਣ ਦੀ ਨੌਲੇਜ ਦੇਖੋ ਜ਼ਕਰੀਆ ਖਾਨ ਦੀ। ਉਹ ਕੋਈ ਆਮ ਆਦਮੀ ਥੋੜਾ ਹੈ, ਪੰਜਾਬ ਦਾ ਸੂਬੇਦਾਰ ਹੈ ਔਰ 22 ਸਾਲ ਪੰਜਾਬ ਵਿੱਚ ਰਿਹਾ। ਉਹਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਗੱਲ ਲਿਖੀ ਹੋਈ ਹੈ। ਕੀ ਲਿਖਿਆ ਹੈ? ਹਾਂਜੀ, ਸੰਤ ਦੋਖੀ ਕਾ ਥਾਉ ਕੋ ਨਾਹੀ। ਕਹਿੰਦਾ ਮੈਂ ਸੁਣਿਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਸੰਤ ਦੋਖੀ ਕਾ ਥਾਉ ਕੋ ਨਾਹੀ। ਕਹਿੰਦਾ ਸੰਤ ਤੇ ਦੋਖੀ ਨੂੰ ਕੋਈ ਥਾਂ ਨਹੀਂ ਮਿਲਦੀ। ਇਹ ਗੱਲ ਸੱਚੀ ਹੈ ਕਹਿੰਦਾ। ਹਾਂਜੀ, ਸੰਤ ਕਾ ਨਿੰਦਕ ਮਹਾ ਹਤਿਆਰਾ। ਇਹ ਵੀ ਲਿਖਿਆ ਵੀ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਮਹਾ ਹਤਿਆਰਾ, ਮਹਾ ਪਾਪੀ ਹੁੰਦਾ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਇਹ ਵੀ ਲਿਖਿਆ ਹੈ ਵੀ ਸੰਤ ਦੇ ਨਿੰਦਕ ਨੂੰ ਪਰਮੇਸ਼ਰ ਦੀ ਮਾਰ ਵਗਦੀ ਹੈ, ਪਰਮੇਸ਼ਰ ਮਾਰਦਾ ਉਹਨੂੰ। ਸੰਤ ਭਾਵੈ ਤਾ ਲਏ ਉਬਾਰ। ਇਹ ਵੀ ਲਿਖਿਆ ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਇਹ ਵੀ ਲਿਖਿਆ ਨਾਲ। ਸੁਖਮਣੀ ਸਾਹਿਬ ਦੇ ਬਚਨ ਪ੍ਰਮਾਣ ਦੇ ਰਿਹਾ। ਹੋ ਸਕਦਾ ਸੁਖਮਣੀ ਸਾਹਿਬ, ਕਿਉਂਕਿ ਉਦੋਂ ਲਾਹੌਰ 'ਚ ਹਰ ਕੋਈ ਪੜ੍ਹਦੇ, ਸਿੱਖ ਪੜ੍ਹਦੇ ਸੀ ਘਰਾਂ ਵਿੱਚ, ਤੇ ਇਹ ਵੀ ਸੁਣਦਾ ਸੀ ਬਾਣੀ। ਪਤਾ ਸੀ ਇਹਨੂੰ ਵੀ ਸਿੱਖਾਂ ਦੇ ਕੀ ਬਚਨ ਹਨ, ਗੁਰੂ ਦੀ ਬਾਣੀ 'ਚ ਕੀ ਕੀ ਲਿਖਿਆ ਹੈ। ਦਲੀਲਾਂ ਆਪਣੇ ਕੋਲੋਂ ਦਿੰਦਾ ਪਿਆ। ਕਹਿੰਦਾ ਸਿੰਘਾਂ ਨੂੰ ਕਹੋ ਜਾ ਕੇ ਵੀ ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਭਾਵੇਂ ਦੋਖੀ ਉਹਨਾਂ ਨੇ ਬੁਰਾ ਕਰਦੇ ਸੰਤਾਂ ਦਾ, ਪਰ ਸੰਤ ਕਹਿੰਦੇ ਫੇਰ ਵੀ ਬਖਸ਼ ਦਿੰਦੇ ਐ। ਜੋ ਲਿਖਿਓ ਤੁਮ ਗ੍ਰੰਥ ਮਝਾਰ। ਇਹ ਤੁਹਾਡੇ ਗ੍ਰੰਥ 'ਚ ਲਿਖਿਆ ਹੋਇਆ, ਕਹਿੰਦਾ ਤੁਹਾਡੀ ਕੁਰਾਨ ਦੇ ਵਿੱਚ ਲਿਖਿਆ ਹੋਇਆ ਹੈ। ਸਿੱਖਾਂ ਦੀ ਜੋ ਕੁਰਾਨ ਹੈ, ਸਿੱਖਾਂ ਦਾ ਜੋ ਧਰਮ ਗ੍ਰੰਥ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਦੇ ਵਿੱਚ ਲਿਖਿਆ ਹੋਇਆ ਹੈ। ਦੋਹਰਾ ਔਰ ਬਾਤ ਹਮ ਇੱਕ ਸੁਣੀ, ਗੁਰੂ ਖਾਲਸੇ ਗਇਓ ਬਤਾਏ। ਕਹਿੰਦੇ ਅਸੀਂ ਇੱਕ ਹੋਰ ਵੀ ਗੱਲ ਸੁਣੀ ਹੈ ਹਿਸਟਰੀ ਦੇ ਵਿੱਚ, ਵੀ ਤੁਹਾਡਾ ਜੋ 10ਵਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਨੇ, ਉਹ ਆਪਣੇ ਖਾਲਸੇ ਨੂੰ ਦੱਸ ਗਏ ਨੇ। ਪੰਜ ਸਿੱਖ ਜਹ ਹੱਥ ਜੋੜੈ ਤਹ ਮੈਂ ਪਹੁੰਚੇ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਬਚਨ ਹੈ ਕਿ ਜਿੱਥੇ ਪੰਜ ਸਿੰਘ ਹੱਥ ਜੋੜਨਗੇ, ਖਲੋ ਕੇ ਅਰਦਾਸ ਕਰਨਗੇ, ਉੱਥੇ ਮੈਂ ਆ ਜਾਵਾਂਗਾ। ਜਿੱਥੇ ਪੰਜ ਸਿੰਘਾਂ ਦਾ ਵਾਸਾ ਹੋਵੇਗਾ, ਉੱਥੇ ਮੇਰਾ ਵਾਸਾ ਹੋਵੇਗਾ। ਪੰਜ ਸਿੰਘ ਪੰਚਨ ਮੈਂ ਮੇਰੋ ਵਾਸਾ। ਸੋ ਪੰਜ ਸਿੰਘਾਂ ਤੋਂ ਅਰਦਾਸ ਕਰਾਈਏ ਤੇ ਗੁਰੂ ਆ ਕੇ ਸੁਣਦਾ ਹੈ। ਚਾਓ ਪਈ ਗੁਰੂ ਗ੍ਰੰਥ ਮੈਂ ਲਿਖਿਓ ਜੋਏ। ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਚਨ ਲਿਖੇ ਹੋਏ ਨੇ, ਸਿੱਖ ਸੰਗਤ ਕਹੇ ਸਤ ਸੋ ਹੋਏ। ਕਿ ਜੋ ਸੰਗਤਾਂ ਕਹਿ ਦਿੰਦੀਆਂ ਨੇ, ਸਿੱਖ ਕਹਿ ਦਿੰਦੇ ਨੇ, ਉਹ ਸੱਚ ਹੁੰਦਾ ਹੈ। ਭਗਤ ਮੁਖਾ ਤੇ ਬੋਲਦੇ ਸੇ ਬਚਨ ਹੋਵੰਦੇ। ਸੰਤਾਂ ਦੇ ਮਹਾਪੁਰਸ਼ਾਂ ਦੇ ਬਚਨ ਪੂਰੇ ਹੁੰਦੇ ਨੇ। ਦੇਹੋ ਪਰਤਾਏ ਸੋ ਹਮੈ ਦਿਖਾਏ। ਉਹ ਗੱਲ ਭਾਈ ਸੁਬੇਗ ਸਿੰਘ ਜੀ, ਖਾਲਸੇ ਨੂੰ ਆਖੋ ਵੀ ਹੁਣ ਮੌਕਾ ਹੈ ਦਿਖਾਣ ਦਾ।
ਜ਼ਕਰੀਆ ਖਾਂ ਕਹਿੰਦਾ ਵੀ ਉਹ ਗੱਲ ਪੂਰੀ ਕਰਕੇ ਦਿਖਾਓ ਵੀ ਗੁਰੂ ਬਖਸ਼ਣਹਾਰ ਹੈ, ਪੰਥ ਖਾਲਸੇ ਦੀ ਅਰਦਾਸ ਪੂਰੀ ਹੁੰਦੀ ਹੈ, ਮੇਰੇ ਲਈ ਹੁਣ ਅਰਦਾਸ ਕਰੋ। ਐਸੇ ਆਖਿਓ ਨਵਾਬ ਬਣਾਏ। ਇਸ ਤਰ੍ਹਾਂ ਨਵਾਬ ਜ਼ਕਰੀਏ ਖਾਨ ਨੇ ਖਾਲਸੇ ਦੀ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਔਰ ਸੁਣੀ ਮੈਂ ਪੜ੍ਹਤੇ ਬਾਣੀ। ਕਹਿੰਦਾ ਮੈਂ ਬਾਣੀ ਪੜ੍ਹਦੇ ਸੁਣੇ ਆ ਤੁਹਾਡੇ ਸਿੱਖ, ਮੈਂ ਉਹਨਾਂ ਤੋਂ ਬਾਣੀ ਸੁਣੀ ਹੈ, ਸੁਖਮਣੀ ਸਾਹਿਬ ਚ ਲਿਖਿਆ ਹੋਇਆ ਹੈ। ਸੁਖਮਣੀ ਜੋ ਗੁਰੂ ਬਖਾਨੀ। ਜੋ ਤੁਹਾਡੇ ਗੁਰੂ ਦੀ ਬਾਣੀ ਸੁਖਮਣੀ ਹੈ, ਉਹ ਬਹੁਤ ਸਿੱਖ ਤਾਂ ਪੜ੍ਹਦੇ ਸੀ, ਮੁਸਲਮਾਨ ਵੀ ਬਹੁਤ ਪੜ੍ਹਦੇ ਸੀ। ਸੁਖਮਣੀ ਸਾਹਿਬ ਤਾਂ ਅਜੇ ਵੀ ਪੰਜਾਬ ਵਿੱਚ, ਪਾਕਿਸਤਾਨ 'ਚ ਬਹੁਤ ਸਾਰੇ ਮੁਸਲਮਾਨ ਨਿਤਨੇਮ 'ਚ ਪੜ੍ਹਦੇ ਆ। ਇੱਕ ਖਵਾਜਾ ਦਿਲ ਮੁਹੰਮਦ ਹੋਏ ਆ, ਉਹਨਾਂ ਨੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਤਰਜਮਾ ਕੀਤਾ ਹੈ ਉਰਦੂ ਭਾਸ਼ਾ 'ਚ, ਬਹੁਤ ਸੁੰਦਰ ਮਿਲਦਾ ਹੈ। ਉਦਾਸ ਨੇ ਵੀ ਦੇਖਿਆ, ਪੜ੍ਹਿਆ। ਉਰਦੂ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦਾ ਤਰਜਮਾ ਹੈ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸੁਖਮਣੀ ਸਾਹਿਬ ਦੀ ਬਾਣੀ ਜ਼ਕਰੀਆ ਖਾਨ ਸੁਣਦਾ ਸੀ। ਕਹਿੰਦਾ ਤੁਹਾਡੇ ਗੁਰੂ ਦੀ ਜੋ ਸੁਖਮਣੀ ਹੈ ਉਹਦੇ 'ਚ ਪੰਕਤੀਆਂ ਆਈਆਂ ਨੇ, ਸੰਤ ਦੋਖੀ ਕਾ ਥਾਉ ਕੋ ਨਾਹੀ। ਕਹਿੰਦੇ ਲਿਖਿਆ ਹੈ ਵੀ ਸੰਤ ਦੋਖੀ ਦਾ ਕੋਈ ਟਿਕਾਣਾ ਨਹੀਂ ਹੈ। ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਹੀ। ਪਰ ਨਾਲ ਇਹ ਵੀ ਲਿਖਿਆ ਵੀ ਜੇ ਸੰਤ ਦੀ ਮਰਜ਼ੀ ਹੋਵੇ ਤੇ ਉਹ ਦੋਖੀ ਨੂੰ ਵੀ ਥਾਂ ਮਿਲ ਜਾਂਦੀ ਹੈ। ਸੰਤ ਚਾਹੇ ਤੇ ਉਹਨੂੰ ਵੀ ਬਖਸ਼ ਸਕਦਾ ਹੈ, ਉਹਦੀ ਵੀ ਮੁਕਤੀ ਕਰ ਸਕਦਾ ਹੈ, ਉਹਦਾ ਭਲਾ ਕਰ ਸਕਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖ। ਇਹ ਵੀ ਸ੍ਰੀ ਸੁਖਮਣੀ ਸਾਹਿਬ ਵਿੱਚ ਲਿਖਿਆ ਹੈ ਵੀ ਸੰਤ ਦੀ ਜਿਹੜੀ ਨਿੰਦਾ ਹੈ ਉਹ ਸਭ ਤੋਂ ਵੱਡਾ ਦੋਸ਼ ਹੈ। ਉਸ ਤੋਂ ਵੱਡਾ ਕੋਈ ਅਪਰਾਧ, ਗੁਨਾਹ, ਪਾਪ ਨਹੀਂ। ਸਭ ਤੋਂ ਵੱਡਾ ਬਜਰ ਪਾਪ ਸੰਤਾਂ ਦੀ ਨਿੰਦਾ ਹੈ। ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਏ ਮੋਖ। ਪਰ ਨਾਲ ਹੀ ਗੁਰੂ ਨੇ ਇਹ ਵੀ ਲਿਖਿਆ ਹੋਇਆ ਵੀ ਜੇ ਕੋਈ ਸੰਤ ਦੇ ਸ਼ਰਨ ਆ ਜਾਵੇ ਤੇ ਸੰਤ ਦੀ ਮਰਜ਼ੀ ਹੋਵੇ, ਉਸ ਮਹਾ ਹਤਿਆਰੇ ਦੋਖੀ ਨੂੰ ਵੀ ਬਖਸ਼ ਦਿੰਦਾ, ਉਹਦਾ ਵੀ ਮੁਕਤੀ ਕਰ ਦਿੰਦਾ, ਮੋਕਸ਼ ਕਰ ਦਿੰਦਾ ਹੈ। ਸੰਤ ਕੇ ਦੋਖੀ ਕੋ ਨਾਹੀ ਠਾਉ। ਸੰਤ ਦੇ ਦੋਖੀ ਦਾ ਕੋਈ ਟਿਕਾਣਾ ਨਹੀਂ ਹੈ, ਕੋਈ ਥਾਂ ਨਹੀਂ ਸੰਤ ਦੇ ਦੋਖੀ ਨੂੰ ਦੁਨੀਆ ਵਿੱਚ। ਨਾਨਕ ਸੰਤ ਭਾਵੈ ਤਾ ਲਏ ਮਿਲਾਏ। ਪਰ ਨਾਲ ਹੀ ਗੁਰੂ ਇਹ ਵੀ ਕਹਿੰਦਾ ਵੀ ਉਹ ਜਿਹਨੂੰ ਕੋਈ ਥਾਂ ਨਹੀਂ ਹੈ, ਜਿਹਨੂੰ ਕੋਈ ਟਿਕਾਣਾ ਨਹੀਂ ਹੈ, ਉਹਨੂੰ ਸੰਤ ਚਾਹੇ ਦੇ ਆਪਣੇ ਨਾਲ ਮਿਲਾ ਕੇ ਆਪਣੀ ਥਾਂ ਚਰਨਾਂ 'ਚ ਦੇ ਸਕਦਾ ਹੈ। ਸੰਤ ਕੇ ਦੋਖੀ ਕਉ ਅਵਰ ਨਾ ਰਾਖਣ ਹਾਰ। ਸੰਤ ਦੇ ਦੋਖੀ ਨੂੰ ਕੋਈ ਰੱਖਣ ਵਾਲਾ ਨਹੀਂ। ਇਹ ਚੋਣਵੀਆਂ ਪੰਕਤੀਆਂ ਉਹ ਦੇ ਰਿਹਾ ਆਪਣੇ ਮਤਲਬ ਦੀਆਂ, ਵੀ ਏਦਾਂ ਮੈਂ ਸੁਣਿਆ ਹੈ। ਕਹਿੰਦਾ ਹਾਂਜੀ, ਨਾਨਕ ਸੰਤ ਭਾਵੈ ਤਾ ਲਏ ਉਬਾਰ। ਵੀ ਸੰਤ ਚਾਹੇ ਤੇ ਉਬਾਰ ਸਕਦਾ ਹੈ, ਸੰਤ ਚਾਹੇ ਤਾਂ ਕੱਢ ਸਕਦਾ ਹੈ, ਉਸ ਦੋਖੀ ਨੂੰ ਵੀ ਬਚਾ ਸਕਦਾ ਹੈ। ਜੋ ਯਹ ਬਾਣੀ ਹੈ ਗੁਰ ਸਾਚੀ। ਇਹ ਭਾਈ ਸਵੇਕ ਸਿੰਘ ਜੀ, ਖਾਲਸੇ ਨੂੰ ਜਾ ਕੇ ਕਹੋ ਵੀ ਜੇ ਤੁਹਾਡੇ ਗੁਰੂ ਦੀ ਇਹ ਬਾਣੀ ਸੱਚੀ ਹੈ ਸੁਖਮਣੀ ਸਾਹਿਬ, ਤੋ ਤਕਸੀਰ ਕਰੋ ਮੁਝ ਕਾਚੀ। ਤਾਂ ਫਿਰ ਮੇਰਾ ਗੁਨਾਹ, ਮੇਰੀ ਗਲਤੀ, ਜਿਹੜੀ ਮੇਰਾ ਪਾਪ ਹੈ ਉਹ ਬਖਸ਼ੋ ਹੁਣ। ਦੋਹਰਾ ਹਮ ਸਮ ਪਾਪੀ ਨਹਿ ਕੋਉ। ਸੰਤ ਖਾਲਸੇ ਸਮ ਨਹਿ ਕੋਏ। ਜ਼ਕਰੀਆ ਖਾਨ ਕਹਿਣ ਲੱਗਾ ਅੱਜ ਮੇਰੇ ਵਰਗਾ ਪਾਪੀ ਕੋਈ ਨਹੀਂ, ਮੇਰੇ ਵਰਗਾ ਹੱਤਿਆਰਾ ਕੋਈ ਨਹੀਂ, ਮੇਰੇ ਵਰਗਾ ਦੁਖੀ ਕੋਈ ਨਹੀਂ, ਤੇ ਖਾਲਸੇ ਪੰਥ ਵਰਗਾ ਸੰਤ ਕੋਈ ਨਹੀਂ। ਸੁਖਮਣੀ ਮੈਂ ਜੋ ਲਿਖਿਓ ਪਰਤਾਏ ਦਿਖਾਲੋ ਸੋਏ। ਹੁਣ ਖਾਲਸਾ ਜੀ ਮੌਕਾ ਹੈ ਵੀ ਸੁਖਮਣੀ ਸਾਹਿਬ 'ਚ ਜੋ ਲਿਖਿਆ ਹੈ, ਸੁਖਮਣੀ ਸਾਹਿਬ ਦੇ ਉਹਨਾਂ ਬਚਨਾਂ ਨੂੰ ਸੱਚਿਆਂ ਕਰਕੇ ਵਿਖਾ ਦਿਓ। ਜੋ ਗੁਰਬਾਣੀ ਮੈਂ ਸ਼ਕਤ ਤਉ ਸਿੱਖ ਪੰਚਨ ਮਾਹੀ। ਜੇ ਉਹ ਗੁਰਬਾਣੀ 'ਚ ਸ਼ਕਤੀ ਹੈ ਔਰ ਪੰਜਾਂ ਖਾਲਸਿਆਂ ਸਿੰਘਾਂ 'ਚ, ਪੰਜਾਂ ਸਿੰਘਾਂ 'ਚ ਸ਼ਕਤੀ ਹੈ, ਤਉ ਤੂੰ ਜਾਏ ਨਵਾਬ ਪੈ ਜੋ ਹੈ ਸਿੰਘਨ ਮਾਹੀ। ਤਾਂ ਜਿਹੜਾ ਸਿੰਘਾਂ ਦਾ ਨਵਾਬ ਹੈ ਤੂੰ ਉਹਦੇ ਕੋਲ ਚਲਾ ਜਾ। ਸਿੰਘਾਂ ਦਾ ਨਵਾਬ ਕੌਣ ਹੈ? ਨਵਾਬ ਕਪੂਰ ਸਿੰਘ, ਜਥੇਦਾਰ ਖਾਲਸੇ ਪੰਥ ਦਾ ਜੋ ਹੈ ਜਥੇਦਾਰ ਬਾਬਾ ਕਪੂਰ ਸਿੰਘ ਜੀ ਨਵਾਬ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕਰ। ਜਾਓ ਜਿੰਦ ਬਖਸ਼ੋ ਨਾਹੇ ਸਿੰਘ ਤਉ ਇਤਨੀ ਤੋ ਕਰ ਲਿਆਏ। ਤਾਂ ਸਵੇਕ ਸਿੰਘ ਜਾ ਕੇ ਮੇਰੇ ਵੱਲੋਂ ਮਿੰਨਤਾਂ ਕਰੀ, ਤਰਲੇ ਕਰੀ, ਆਖੀਆਂ ਵੇਖ ਬਾਣੀ ਸੁਖਮਣੀ ਸਾਹਿਬ ਕੀ ਕਹਿੰਦੀ ਹੈ, ਸਿੰਘੋ ਬਖਸ਼ੋ ਹੁਣ ਮੈਨੂੰ। ਤੇ ਜੇ ਕਿਤੇ ਮੇਰੀ ਜਾਨ ਨਹੀਂ ਬਖਸ਼ਣਗੇ, ਜੇ ਮੈਨੂੰ ਚਾਹੁੰਦੇ ਆ ਵੀ ਮਾਰਨਾ ਹੀ ਹੈ, ਤਾਂ ਫਿਰ ਇੰਨਾ ਦਾ ਘੱਟੋ ਘੱਟ ਕਰ ਦੇਣ। ਇੱਕ ਬਾਰ ਦੁੱਖੋਂ ਛੁਡਾਏ ਕਰ ਫਿਰ ਤਾਰੂ ਸਿੰਘ ਲੈ ਜਾਏ। ਇੱਕ ਵਾਰੀ ਮੈਨੂੰ ਪਿਸ਼ਾਬ ਤਾਂ ਆ ਜਾਵੇ, ਮੈਨੂੰ ਤਕਲੀਫ ਤਾਂ ਮੇਰੀ ਘਟ ਜਾਵੇ, ਇਸ ਦੁੱਖ ਤੋਂ ਛੁੱਟ ਕੇ ਮੇਰੀ ਜਾਨ ਨਿਕਲ ਜਾਵੇ ਬੇਸ਼ੱਕ। ਸੁਬੇਗ ਸਿੰਘ ਜੰਬਰ ਤੁਰਿਓ ਜਾ ਪਹੁੰਚਿਓ ਖਾਲਸੇ ਪਾਸ। ਭਾਈ ਸਵੇਗ ਸਿੰਘ ਜੀ ਜੰਬਰ ਗੁਰੂ ਕਾ ਪਿਆਰੇ ਸਿੰਘ ਸਨ, ਬਾਣੀ ਦੇ ਧਾਰਨੀ, ਔਰ ਕਹਿੰਦੇ ਬਈ ਪੜ੍ਹੇ ਲਿਖੇ ਵੀ ਬੜੇ, ਫਾਰਸੀ ਅਰਬੀ ਦੇ ਉਸ ਵੇਲੇ ਜਿਹੜੀ ਉੱਚੀ ਪੜ੍ਹਾਈ ਸੀ ਉਹ ਪੜ੍ਹੇ ਹੋਏ ਸਨ, ਨਿਤਨੇਮੀ ਭਜਨੀਕ ਸਨ ਗੁਰੂ ਕੇ ਸਿੱਖ।
ਖਾਲਸੇ ਦੇ ਵੱਲ ਤੁਰ ਪਏ ਹਨ। ਫਤਿਹ ਬੁਲਾਈ ਸਤਿਗੁਰੂ ਕਰ ਕੁਰਨਸ ਬਹੁਤ ਹੁਲਾਸ। ਖਾਲਸੇ ਪੰਥ ਵਿੱਚ ਆ ਕੇ ਜੋ ਮਰਜ਼ਾਦਾ ਸੀ ਕਿ ਦੂਰੋਂ ਹੀ ਨਮਸਕਾਰ ਕਰਨੀ, ਨਿਸ਼ਾਨ ਸਾਹਿਬ ਨੂੰ ਦੇਖ ਕੇ ਫਤਿਹ ਬੁਲਾਈ, ਖਾਲਸੇ ਨੂੰ ਦੂਰੋਂ ਹੀ ਮੱਥਾ ਟੇਕਿਆ। ਪੰਥ ਜਿੱਥੇ ਖੜਾ ਸੀ ਸਾਰਾ ਬੈਠਾ ਸੀ, ਖਾਲਸੇ ਦੀ ਛਾਉਣੀ ਪਈ ਹੋਈ ਸੀ। ਚਾਉ ਪਈ ਸਮੂਹ ਖਾਲਸੇ ਦੀਵਾਨ ਲਗਾਇਆ। ਅੱਗੇ ਖਾਲਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੋਦ 'ਚ ਦੀਵਾਨ ਸਜਾਏ ਹੋਏ ਸਨ। ਆਦਰ ਸੋ ਸੁਬੇਗ ਸਿੰਘ ਬੁਲਾਇਆ। ਸੁਬੇਗ ਸਿੰਘ ਨੂੰ ਸਤਿਕਾਰ ਨਾਲ ਅੱਗੇ ਬੁਲਾ ਲਿਆ ਸਿੰਘਾਂ ਨੇ, ਸੁਬੇਗ ਸਿੰਘ ਕੀ ਕੁਸ਼ਲ ਪੁੱਛ ਲਈ। ਕਿਉਂਕਿ ਖਬਰਾਂ ਆ ਰਹੀਆਂ ਸਨ ਵੀ ਸੁਬੇਗ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਜ਼ਕਰੀਏ ਨੇ, ਉਹਨੂੰ ਵੀ ਚਰਖੜੀ ਤੇ ਚਾੜ ਰਿਹਾ ਹੈ, ਉਹਦੇ ਪੁੱਤਰ ਨੂੰ ਵੀ ਦੁੱਖ ਦੇ ਰਿਹਾ ਹੈ। ਉਹ ਗੱਲਾਂ ਜਿਹੜੀਆਂ ਸੁਣੀਆਂ ਸਨ ਉਹਦੇ ਮੁਤਾਬਕ ਪਹਿਲਾਂ ਦਾ ਉਹਦਾ ਹਾਲ ਚਾਲ ਪੁੱਛਿਆ ਖਾਲਸੇ ਨੇ। ਕਪੂਰ ਸਿੰਘ ਜੀ ਨਵਾਬ ਆਏ ਪਈ। ਇਤਨੇ ਨੂੰ ਨਵਾਬ ਕਪੂਰ ਸਿੰਘ ਸਾਹਿਬ ਜੀ ਆ ਕੇ ਦੀਵਾਨ 'ਚ ਬੈਠ ਗਏ ਤੇ ਪੁੱਛਣ ਲੱਗੇ। ਫਿਰ ਪੁੱਛੇ ਤਾਰੂ ਸਿੰਘ ਬਾਤ। ਭਾਈ ਸਿੰਘਾ ਸੁਬੇਗ ਸਿੰਘ ਜੀ ਦੱਸੋ, ਸ਼ਹੀਦ ਭਾਈ ਤਾਰੂ ਸਿੰਘ ਜੀ ਕੁਝ ਦਿਨ ਹੋ ਗਏ ਫੜ ਕੇ ਉਹਨਾਂ ਨੂੰ ਲੈ ਗਏ ਨੇ, ਉਹਨਾਂ ਬਾਰੇ ਕੀ ਖਬਰ ਹੈ? ਮਾਰ ਸਾਤ ਖਾਨੂ ਸਿਰ ਲਾਤ। ਉਹ ਖਾਨੂ ਪਾਪੀ ਦੇ ਸਿਰ 'ਚ 100 ਜੁੱਤੀਆਂ ਮਾਰੀਏ ਜਿਸ ਨੇ ਇੰਨੇ ਜ਼ੁਲਮ ਕੀਤੇ ਹਨ। ਧੰਨ ਧੰਨ ਤਾਰੂ ਸਿੰਘ ਉਚਾਰਿਓ। ਭਾਈ ਕਪੂਰ ਸਿੰਘ ਜੀ ਨਵਾਬ ਸਾਹਿਬ ਦੇ ਮੂੰਹ ਤੋਂ ਨਿਕਲੀ ਜਾ ਰਿਹਾ, ਧੰਨ ਹੈ ਜਵਾਨ ਭਾਈ ਤਾਰੂ ਸਿੰਘ। ਤ੍ਰਿਗ ਤ੍ਰਿਗ ਨਵਾਬ ਖਾਨੂ ਧਿਰਕਾਰਿਓ। ਔਰ ਲਾਨਤ ਇਸ ਖਾਨੂ ਨੂੰ ਧ੍ਰੇਗਾਕਾਰ ਹੈ। ਧੰਨ ਮਾਤ ਪਿਤਾ ਧੰਨ ਉਸ ਭਾਈ। ਭਾਈ ਤਾਰੂ ਸਿੰਘ ਜੀ ਧੰਨ ਹਨ ਦੇ ਮਾਤਾ ਪਿਤਾ, ਉਹਨਾਂ ਦਾ ਪਰਿਵਾਰ ਧੰਨ ਹੈ। ਸਿੱਖੀ ਰੱਖੀ ਔ ਦੇਹ ਗਵਾਈ। ਜਿਨ੍ਹਾਂ ਨੇ ਆਪਣੀ ਇਸ ਗੁਰੂ ਦੀ ਸਿੱਖੀ ਨਿਭਾਉਂਦਿਆਂ ਹੋਇਆਂ ਆਪਣੀ ਦੇਹ ਨੂੰ, ਆਪਣੇ ਸਰੀਰ ਨੂੰ ਗਵਾ ਲਿਆ ਹੈ। ਐਸੀ ਔਰ ਪੁਰਖ ਕਿਨ ਕਰੀ। ਐਸੀ ਹੋਰ ਕੌਣ ਕਰ ਸਕਦਾ ਹੈ ਦੁਨੀਆ ਵਿੱਚ? ਉਤਾਰ ਸੀਸੋ ਜਿਨ ਖੋਪਰੀ ਧਰੀ। ਖੋਪਰੀ ਲੁਹਾ ਲਈ ਪਰ ਕੇਸ ਨਹੀਂ ਲੁਹਾਏ, ਧੰਨ ਹੈ ਭਾਈ ਤਾਰੂ ਸਿੰਘ। ਦੋਹਰਾ ਸੁਬੇਗ ਸਿੰਘ ਤਬ ਸੋ ਕਹੀ ਜੋ ਕਹੀ ਨਵਾਬ ਬਣਾਈ। ਜਦੋਂ ਕਪੂਰ ਸਿੰਘ ਜੀ ਨਵਾਬ ਨੇ ਇਦਾਂ ਪੁੱਛਿਆ ਤਾਰੂ ਸਿੰਘ ਦੀ ਖਬਰ ਸੁਣਾਓ, ਤਾਂ ਫਿਰ ਸੁਬੇਗ ਸਿੰਘ ਨੇ ਹੱਥ ਜੋੜ ਲਏ। ਜਥੇਦਾਰ ਬਾਬਾ ਕਪੂਰ ਸਿੰਘ ਜੀ ਅਤੇ ਸਿਆਣੇ ਸਿਆਣੇ ਸਿੰਘ ਦੀਵਾਨ ਵਿੱਚ ਬੈਠੇ ਸੀ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਨੌਧ ਸਿੰਘ ਜੀ ਸਿਆਣੇ ਸਿੰਘਾਂ ਦੇ ਵਿੱਚ ਬੋਲਿਆ ਹੱਥ ਜੋੜ ਕੇ ਸੁਬੇਗ ਸਿੰਘ। ਸੁਣਤ ਸੋ ਸਿੰਘਨ ਇਮ ਲੱਗੀ ਜਿਮ ਬਰੂਦਾ ਅਗਨ ਸੁਹਾਈ। ਕਿ ਖਾਲਸਾ ਜੀ ਮੈਨੂੰ ਤਾਂ ਜ਼ਕਰੀਏ ਨੇ ਭੇਜਿਆ ਹੈ, ਔਰ ਸੁਖਮਣੀ ਸਾਹਿਬ ਦੀਆਂ ਪੰਕਤੀਆਂ ਪੜ੍ਹ ਕੇ ਸੁਣਾਉਂਦਾ ਸੀ। ਕਹਿੰਦਾ ਸੀ ਦੇਖੋ ਗੁਰੂ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ ਵੀ ਸੰਤ ਨੂੰ ਦੁੱਖ ਦੇਣ ਵਾਲਾ ਹੋਵੇ ਉਹ ਵੀ ਸੰਤ ਦੀ ਸ਼ਰਨ ਆ ਜਾਵੇ ਤੇ ਸੰਤ ਉਹਨੂੰ ਬਖਸ਼ ਦਿੰਦਾ ਹੈ। ਇਹ ਪੰਕਤੀਆਂ ਸੁਣਾਈਆਂ ਉਹਨੇ, ਤੇ ਇਸ ਕਰਕੇ ਖਾਲਸਾ ਜੀ ਹੁਣ ਕੀ ਕੀਤਾ ਜਾਵੇ, ਮੈਂ ਤੇ ਤੁਹਾਨੂੰ ਉਹਦੀ ਬੇਨਤੀ ਸੁਣਾਉਣ ਆਇਆ ਹਾਂ। ਸਿੰਘਾਂ ਨੂੰ ਇਹ ਗੱਲ ਸੁਣ ਕੇ ਇੰਜ ਲੱਗਾ ਜਿਵੇਂ ਬਰੂਦ ਨੂੰ ਅੱਗ ਦੀ ਚਿੰਗਾੜੀ ਲੱਗਦੀ ਹੈ। ਹਾਂਜੀ। ਤਬੈ ਸਿੰਘ ਸੁਣ ਜਾਓ ਕਹਿਓ ਅਬ ਚੜੋ ਲਾਹੌਰੇ ਧਾਏ। ਸਿੰਘ ਦੀ ਗੱਲ ਸੁਣ ਕੇ, ਜ਼ਕਰੀਏ ਦੀ ਉਹ ਗੱਲ ਸੁਣ ਕੇ ਖਾੜਕੂ ਸਿੰਘ ਜਿਹੜੇ ਹੁੰਦੇ ਸੀ ਗਰਮ ਬੜੇ ਸੀ, ਕਹਿੰਦੇ ਚਲੋ ਹੁਣੇ ਹੀ ਲਾਹੌਰ ਤੇ ਹੱਲਾ ਕਰ ਦਈਏ। ਹੁਣ ਮੌਕਾ ਕਹਿੰਦੇ ਬਿਮਾਰ ਪਿਆ, ਹੁਣ ਦੱਬ ਲਈਏ ਉਹਨੂੰ, ਝਟਕ ਦਈਏ। ਜਾਂ ਸਿਰ ਕੱਟੀਏ ਨਵਾਬ ਕੋ ਕਹਿ ਆਪਣੋ ਰਹੀਏ ਕਟਾਏ। ਜਾਂ ਜ਼ਕਰੀਏ ਦਾ ਸਿਰ ਵੱਢੀਏ ਤੇ ਜਾਂ ਆਪਣੇ ਸਿਰ ਦੇ ਦਈਏ ਲਾਹੌਰ ਜਾ ਕੇ। ਜਾਓ ਪਈ ਕੋ ਕਹੈ ਉਹਾਂ ਜਾਣ ਕਿਮ ਪਾਵੈ। ਸਿਆਣੇ ਸਿੰਘ ਕਹਿਣ ਲੱਗੇ ਖਾਲਸਾ ਜੀ ਕਾਹਲੇ ਨਾ ਪਾਓ, ਅਜੇ ਆਪਾਂ ਉੱਥੇ ਲਾਹੌਰ ਜਾਣ ਜੋਗੇ ਨਹੀਂ ਹਾਂ। ਹਮ ਥੋੜੇ ਕਿਮ ਕਰ ਹਮ ਜਾਵੈ। ਅਸੀਂ ਥੋੜੇ ਆ, ਸਾਡੀ ਗਿਣਤੀ ਥੋੜੀ ਹੈ, ਉਹਨਾਂ ਕੋਲ ਲੱਖਾਂ ਫੌਜਾਂ ਨੇ, ਇੱਕਦਮ ਅਸੀਂ ਲਾਹੌਰ ਤੇ ਕਬਜ਼ਾ ਨਹੀਂ ਕਰ ਸਕਾਂਗੇ। ਉਹ ਕਹੈ ਹਮ ਭੇਖ ਬਟਾਵੈ। ਸਿੰਘ ਕਹਿਣ ਲੱਗੇ ਇੰਜ ਕਰੀਏ ਫਿਰ ਆਪਾਂ ਭੇਸ ਬਟਾ ਲਈਏ, ਤੁਰਕਾਂ ਵਾਲੇ ਕੱਪੜੇ ਪਾ ਕੇ ਲਾਹੌਰ ਚ ਵੜ ਜਾਈਏ। ਉਹ ਕਹੈ ਹਮ ਰਾਤੀ ਧਾਵੈ। ਕਈ ਕਹਿੰਦੇ ਆਪਾਂ ਰਾਤ ਨੂੰ ਹੱਲਾ ਕਰੀਏ, ਰਾਤ ਨੂੰ ਲਾਹੌਰ ਚ ਵੜ ਚੱਲੀਏ। ਜਾਓ ਉਨ ਮਾਰਤ ਹਮ ਮਰ ਜਾਈਏ। ਤੇ ਆਪਾਂ ਉਹਨਾਂ ਨੂੰ ਮਾਰ ਕੇ ਮਰ ਵੀ ਜਾਈਏ ਤਾਂ ਵੀ ਸਮਝਾਂਗੇ ਵੀ ਲੇਖੇ ਲੱਗ ਗਏ ਆ। ਸਤ ਸ਼ਹੀਦੀ ਸਿਦਕ ਕਮਾਈਏ। ਸ਼ਹੀਦੀ ਪ੍ਰਾਪਤ ਕਰਾਂਗੇ ਸਿਦਕ ਭਰੋਸੇ ਨਾਲ। ਤਾਰੂ ਸਿੰਘ ਤੇ ਪਹਿਲਾਂ ਜਾਈਏ। ਤਾਰੂ ਸਿੰਘ ਤੋਂ ਪਹਿਲਾਂ ਅਸੀਂ ਸ਼ਹੀਦ ਹੋ ਜਾਈਏ। ਜਾਏ ਦਰਗਾਹ ਮੈਂ ਰੌਰ ਮਚਾਈਏ। ਦਰਗਾਹ ਵਿੱਚ ਜਾ ਕੇ ਰੌਲਾ ਪਚਾ ਦਈਏ, ਸੱਚਖੰਡ ਵਿੱਚ ਜਾ ਕੇ ਅਕਾਲ ਕਾਲ ਕਰ ਦਈਏ, ਭਾਵ ਇਹਨਾਂ ਤੁਰਕਾਂ ਨੂੰ ਝੂਠੇ ਪਾ ਦਈਏ ਉੱਥੇ ਜਾ ਕੇ। ਸੁਫਲ ਜਨਮ ਆਪਣੋ ਕਰ ਲਈਏ। ਸ਼ਹੀਦੀ ਫੌਜਾਂ ਨੂੰ ਕਿੰਨਾ ਦਾਵਾ ਹੁੰਦਾ ਸੀ, ਕਹਿੰਦੇ ਇੱਥੇ ਤਾਂ ਹੈ ਕਾਲ ਕਾਲ ਕਰਨੀ ਆ, ਦਰਗਾਹ ਵਿੱਚ ਵੀ ਜਾ ਕੇ ਉੱਥੋਂ ਵੀ ਤਖਤਾ ਉਲਟਾ ਸਕਦੇ, ਇੰਨੀ ਤਾਕਤ ਹੁੰਦੀ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਪ੍ਰਸੰਗ ਆਏਗਾ ਨਾ ਫਿਰ ਪਤਾ ਲੱਗੇਗਾ।
ਜਦੋਂ ਅਹਿਮਦ ਸ਼ਾਹ ਅਬਦਾਲੀ ਹਰਿਮੰਦਰ ਸਾਹਿਬ ਨੂੰ ਉਡਾਇਆ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਹੋਏ ਤੇ ਉਹਨਾਂ ਨੂੰ ਲੈਣ ਵਾਸਤੇ ਭਾਈ ਮਨੀ ਸਿੰਘ ਜੈਸੇ, ਭਾਈ ਤਾਰੂ ਸਿੰਘ ਜੈਸੇ ਸ਼ਹੀਦ ਆਏ ਤੇ ਭਾਈ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਅਕਾਲ ਪੁਰਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ ਪਹੁੰਚੇ। ਕਲਗੀਧਰ ਪਾਤਸ਼ਾਹ ਕਹਿੰਦੇ, ਆਓ ਬਾਬਾ ਗੁਰਬਖਸ਼ ਸਿੰਘ ਜੀ, ਆਓ, ਬੜੀ ਕਿਰਪਾ ਕੀਤੀ ਹੈ, ਬੜਾ ਭਾਰੀ ਯੁੱਧ ਕਰਕੇ ਆਏ ਹੋ, ਮੰਗੋ ਕੀ ਮੰਗਦੇ ਹੋ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ, ਮਹਾਰਾਜ ਮੰਗ ਤਾਂ ਕੋਈ ਨਹੀਂ ਹੈ ਤੁਹਾਡੇ ਤੋਂ, ਪਰ ਇੱਕ ਮੰਗ ਹੈ ਵੀ ਜਿਹੜਾ ਇਹ ਕਾਬਲੀ ਕੁੱਤਾ ਭੇਜਿਆ ਸੀ ਨਾ ਖਾਲਸੇ ਨੂੰ, ਇਹ ਹੁਣ ਖਾਲਸੇ ਨੂੰ ਵੱਢਣ ਲੱਗ ਪਿਆ ਤੇ ਇਹਨੂੰ ਵਾਪਸ ਨਰਕਾਂ 'ਚ ਭੇਜ ਦਿਓ, ਹੁਣ ਇਹਨੂੰ ਮਾਰ ਦਿਓ। ਮਹਾਰਾਜ ਕਹਿੰਦੇ, ਤਾਂ ਗੁਰਬਖਸ਼ ਸਿੰਘ ਜੀ, ਇਹਦਾ ਹੁਣ ਮਹੀਨੇ 2 ਮਹੀਨੇ ਦਾ ਹੀ ਕੰਮ ਰਹਿ ਗਿਆ, ਇਹ ਮਰ ਜਾਏਗਾ। ਉਹੀ ਬਚਨ ਹੋਇਆ। ਸਾਧ ਸੰਗਤ ਜੀ, ਥੋੜੇ ਦਿਨਾਂ 'ਚ ਅਬਦਾਲੀ ਮਰ ਕੇ ਨਰਕਾਂ ਨੂੰ ਚਲਾ ਗਿਆ। ਸੋ ਜਿਹੜੇ ਸਿੰਘ ਸੱਚਖੰਡ 'ਚ ਵੀ ਜਾਂਦੇ, ਉੱਥੇ ਵੀ ਗੱਲ ਕਰਦੇ ਮਹਾਰਾਜ ਦੇ ਨਾਲ ਤੇ ਉੱਥੇ ਵੀ ਉਹਨਾਂ ਦੀ ਮਨੀਂਦੀ ਹੈ। ਹਾਂਜੀ, ਕਰ ਅਰਦਾਸ ਨਾ ਢਿੱਲ ਲਗਈਏ, ਸਿੰਘੋ ਅਰਦਾਸ ਕਰੋ, ਢਿੱਲ ਨਾ ਕਰੋ, ਹੁਣੇ ਹੱਲਾ ਕਰ ਦਈਏ। ਤਾਰੂ ਸਿੰਘ ਕੀਓ ਜਹਾਜ਼ ਤਿਆਰ, ਤਾਰੂ ਸਿੰਘ ਨੇ ਜਹਾਜ਼ ਤਿਆਰ ਕੀਤਾ ਹੋਇਆ, ਉਹਦੇ ਤੇ ਚੜ੍ਹ ਕੇ ਸ਼ਹੀਦੀਆਂ ਪਾਈਏ ਤੇ ਸੱਚਖੰਡ ਚਲੀਏ। ਦੁੱਖ ਸਾਗਰ ਤਰ ਹੋਈਏ ਪਾਰ, ਇਹ ਸੰਸਾਰ ਤੇ ਦੁੱਖਾਂ ਦਾ ਸਮੁੰਦਰ ਹੈ, ਇੱਥੇ ਤੇ ਹਰ ਵੇਲੇ ਕੋਈ ਨਾ ਕੋਈ ਦੁੱਖ ਰਹਿੰਦਾ, ਇਹਨੂੰ ਛੱਡ ਕੇ ਚੱਲੀਏ ਆਪਣੇ ਘਰ। ਦੋਹਰਾ ਫਿਰ ਸਿੰਘਨ ਸੁਣ ਜਾਓ ਕਹੀ, ਪ੍ਰਣ ਤਾਰੂ ਸਿੰਘ ਲਿਓ ਧਾਰ। ਫਿਰ ਸਿੰਘਾਂ ਨੇ ਸਲਾਹ ਕੀਤੀ, ਗੁਰਮਤਾ ਕੀਤਾ ਕਿ ਭਾਈ ਤਾਰੂ ਸਿੰਘ ਨੇ ਪਰਣ ਕੀਤਾ ਹੈ। ਲੈ ਜਾਉ ਉੱਪਰ ਪਰ ਅੱਗੇ, ਜੂਤਨ ਸੇਤੀ ਮਾਰ। ਉਹਨਾਂ ਨੇ ਬਚਨ ਕੀਤਾ ਹੈ ਕਿ ਜ਼ਕਰੀਏ ਖਾਨ ਨੂੰ ਜੁੱਤੀ ਦੇ ਅੱਗੇ ਲੈ ਕੇ ਜਾਣਾ ਹੈ। ਚਾਉ ਪਈ ਤਉ ਖਾਲਸੇ ਕਛ ਧੀਰ ਮਨ ਆਈ। ਜਦੋਂ ਇਹ ਗੱਲ ਸਿੰਘਾਂ ਨੇ ਵਿਚਾਰੀ ਤਾਂ ਫਿਰ ਸਿੰਘ ਥੋੜੇ ਠੰਡੇ ਹੋ ਗਏ, ਕਹਿੰਦੇ ਵੀ ਉਹਨਾਂ ਦਾ ਬਚਨ ਵੀ ਪੂਰਾ ਹੋ ਲੈਣ ਦਈਏ। ਤਾਰੂ ਸਿੰਘ ਕਹਿਓ ਧਨ ਤੋਹੇ ਕਮਾਈ, ਕਹਿਣ ਲੱਗੇ, ਧਨ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਕਮਾਈ ਧਨ ਹੈ। ਤਾਰੂ ਸਿੰਘ ਬਚ ਤਿੱਖੀ ਤਲਵਾਰ, ਭਾਈ ਤਾਰੂ ਸਿੰਘ ਦੇ ਬਚਨ ਤੇ ਤਿੱਖੀ ਤੇਗ ਦੀ ਤਰ੍ਹਾਂ ਹਨ। ਜਾਵੇ ਚੀਰ ਸੁਮੇਰੋਂ ਪਾਰ, ਉਹ ਤਾਂ ਸੁਮੇਰ ਪਰਬਤ ਨੂੰ ਵੀ ਕੱਟ ਦੇਣਗੇ, ਭਾਵ ਉਹਨਾਂ ਦੇ ਬਚਨਾਂ ਨੂੰ ਕੋਈ ਨਹੀਂ ਰੋਕ ਸਕਦਾ। ਤਾਰੂ ਸਿੰਘ ਉਸ ਦਈ ਜੜ ਪੁੱਟ, ਭਾਈ ਤਾਰੂ ਸਿੰਘ ਜੀ ਨੇ ਜ਼ਕਰੀਏ ਦੀ ਜੜ ਪੁੱਟ ਦਿੱਤੀ ਹੈ। ਪੀਰ ਪੈਗੰਬਰ ਦੇਵੋਂ ਤਖਤੋਂ ਸੁੱਟ, ਉਹਦਾ ਕੋਈ ਪੀਰ ਪੈਗੰਬਰ ਵੀ ਉਹਦਾ ਵਾਲੀ ਵਾਰਸ ਨਹੀਂ ਬਣ ਰਿਹਾ, ਕੋਈ ਉਹਦੀ ਮਦਦ ਨਹੀਂ ਕਰ ਰਿਹਾ, ਉਹਨੂੰ ਤਖਤੋਂ ਸੁੱਟਣ ਦੀਆਂ ਤਿਆਰੀਆਂ ਹੋ ਗਈਆਂ ਨੇ। ਸੰਤ ਸਰਾਪ ਜਹ ਮੇਟਿਓ ਜੋਏ, ਸੰਤਾਂ ਦਾ ਸ਼ਰਾਪ ਨਹੀਂ ਮਿਟਦਾ ਮਹਾਪੁਰਸ਼ਾਂ ਦਾ। ਪਹਿਲੋਂ ਛੁੱਟਾ ਢਾਲ ਜਿਮ ਸੋਏ, ਇਹਦਾ ਕੋਈ ਬਚਨ ਰੋਕ ਨਹੀਂ ਸਕਦਾ, ਕੋਈ ਢਾਲ ਨਹੀਂ ਬਣ ਸਕਦਾ ਸਾਧੂ ਦੇ ਬਚਨ ਦੇ ਅੱਗੇ। ਉਸਕੇ ਜਿੰਦ ਕੋ ਜੋ ਰੱਖ ਸਕੈ, ਉਹਦੀ ਜਿੰਦ ਨੂੰ ਹੁਣ ਕੌਣ ਰੱਖ ਸਕਦਾ ਹੈ, ਕੋਈ ਨਹੀਂ ਰੱਖੇਗਾ। ਸ਼ਹੀਦ ਮਾਰੈ ਉਸ ਸਾਥੈ ਧੱਕੈ, ਸ਼ਹੀਦ ਮਾਰ ਕੇ ਲੈ ਜਾਣਗੇ, ਉਹਨੂੰ ਨਰਕਾਂ ਵਿੱਚ ਧੱਕ ਦੇਣਗੇ। ਸੰਤ ਸਰਾਪ ਕੋ ਕਰੈ ਜੋ ਓਟ, ਜਿਹੜਾ ਸੰਤਾਂ ਦੇ ਸ਼ਰਾਪ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਉਹ ਆਪ ਢਲ ਜ ਖਤਮ ਹੋ ਜਾਂਦਾ ਹੈ। ਇੱਕੋ ਚੋਟ ਫੁੱਟੈ ਕੋਟਨ ਕੋਟ, ਸਾਧੂ ਦੇ ਬਚਨ ਤਾਂ ਇੱਕੋ ਸੱਟ ਬੜੀ ਹੁੰਦੀ ਹੈ, ਕਰੋੜਾਂ ਹੀ ਕਿਲੇ ਟੁੱਟ ਜਾਂਦੇ ਅੱਗੇ। ਸੁਬੇਗ ਸਿੰਘ ਤਬ ਬਚਨ ਉਚਾਰੇ, ਇਹ ਖਾਲਸਾ ਜਦੋਂ ਵਿਚਾਰ ਕਰ ਰਿਹਾ ਸੀ ਤੇ ਭਾਈ ਸੁਬੇਗ ਸਿੰਘ ਜੀ ਬਚਨ ਕਰਨ ਲੱਗੇ। ਸੁਨੋ ਸੰਤ ਤੁਮ ਸਿੱਖ ਪਿਆਰੇ, ਕਹਿਣ ਲੱਗੇ, ਖਾਲਸਾ ਜੀ, ਸਿੰਘੋ ਗੁਰੂ ਕੇ ਪਿਆਰਿਓ, ਸੰਤ ਜਨੋ ਸੁਣੋ। ਨਵਾਬ ਮਰਨ ਮੈਂ ਕੁਛ ਕਸਰ ਨਾਹੀ, ਜ਼ਕਰੀਏ ਖਾਨ ਦੇ ਮਰਨ 'ਚ ਕੋਈ ਕਸਰ ਬਾਕੀ ਰਹਿ ਨਹੀਂ ਗਈ ਹੁਣ। ਸਭੇ ਤੁਰਕ ਲਰ ਮਰ ਗਲ ਜਾਹੀ, ਜਦੋਂ ਉਹ ਮਰ ਗਿਆ ਤੇ ਉਹਦੇ ਪਰਿਵਾਰ 'ਚ ਲੜਾਈ ਛਿੜਨੀ ਹੈ। ਉਹਦੇ ਦੋਵੇਂ ਲੜਕੇ ਆਪਸ 'ਚ ਲੜਨਗੇ, ਇੱਕ ਦਾ ਨਾਂ ਸੀ ਜਹੀਆ ਖਾਨ, ਇੱਕ ਦਾ ਨਾਂ ਸੀ ਸ਼ਾਹ ਨਿਵਾਜ। ਇਹ ਦੋਵੇਂ ਭਰਾ ਬਾਅਦ 'ਚ ਲੜੇ ਆਪਸ ਵਿੱਚ। ਉਹ ਬਚਨ ਜਿਹੜਾ ਭਾਈ ਸੁਬੇਗ ਸਿੰਘ ਜੀ ਰਾਜਨੀਤੀ ਦਾ ਬਚਨ ਦੱਸ ਰਹੇ ਆ, ਸਿੰਘੋ ਜ਼ਕਰੀਏ ਦੇ ਮਰਨ ਦੀ ਦੇਰ ਕੋਈ ਨਹੀਂ, ਉਹਨੇ ਮਰ ਜਾਣਾ 2-4 ਦਿਨਾਂ ਨੂੰ। ਉਸ ਤੋਂ ਬਾਅਦ ਉਹਦੇ ਘਰ 'ਚ ਲੜਾਈ ਪੈਣੀ ਹੈ। ਜਦੋਂ ਉਹਦੇ ਘਰ ਲੜਾਈ ਪੈਣੀ, ਉਹਦਾ ਫਾਇਦਾ ਖਾਲਸਾ ਉਠਾਏਗਾ। ਦੋਹਰਾ ਸੁਬੇਗ ਸਿੰਘ ਫਿਰ ਇਮ ਕਹੀ, ਉਨ ਲਈ ਖਾਲਸੇ ਓਟ। ਸੋ ਖਾਲਸੇ ਨੇ ਜਦੋਂ ਇਦਾਂ ਵਿਚਾਰ ਕੀਤੀ ਸੁਬੇਗ ਸਿੰਘ ਦੀ ਗੱਲ ਦੀ, ਵੀ ਗੱਲ ਤਾਂ ਠੀਕ ਹੈ, ਆਪਾਂ ਜਾ ਕੇ ਹੁਣ ਲੜੀਏ ਲਾਹੌਰ ਤੇ ਆਪਾਂ ਐਵੇਂ ਮਾਰ ਖਾਵਾਂਗੇ, ਥੋੜੇ ਆ ਆਪਾਂ, ਤੇ ਚੰਗਾ ਹੋਵੇ ਵੀ ਉਹਨਾਂ ਦੇ ਘਰ 'ਚ ਉਹਨਾਂ ਨੂੰ ਲੜ ਲੈਣ ਦਈਏ, ਨਾ ਆਪ ਲੜੂ ਨਾ ਫੌਜ ਲੜਾਊ, ਭੱਟ ਵੀਰਨ ਸੇਤੀ ਬਾਂਧ ਮਗਾਊ। ਕਲਗੀਧਰ ਪਾਤਸ਼ਾਹ ਦੇ ਬਚਨ ਹਨ। ਕਹਿੰਦੇ, ਐਸੀ ਕਲਾ ਵਰਤਾਵਾਂਗਾ, ਨਾ ਮੈਨੂੰ ਲੜਨਾ ਪਏਗਾ, ਨਾ ਮੇਰੀ ਫੌਜ ਨੂੰ ਆਪੇ ਹੀ ਮੋਰਚੇ ਫਤਿਹ ਹੋ ਜਾਣਗੇ। ਐਸੀ ਬਿਧ ਬਣ ਰਹੀ ਹੈ, ਤੇ ਫਿਰ ਕਿਉਂ ਨਾ ਉਹਦੀ ਉਡੀਕ ਕਰੀਏ ਸਮੇਂ ਦੀ। ਨਹਿ ਸ਼ਕਤ ਦਿਖਾਲੇ ਖਾਲਸੋ, ਤਉ ਲੱਗੇ ਖਾਲਸੇ ਖੋਟ। ਕਹਿੰਦੇ ਹੁਣ ਵਿਚਾਰ ਇਹ ਕਰੀਏ ਵੀ ਤੁਰਕਾਂ ਨੂੰ ਖਾਲਸੇ ਦੀ ਸ਼ਕਤੀ ਤਾਂ ਦਿਖਾ ਦਈਏ,
ਖਾਲਸੇ ਦੇ ਬਚਨਾਂ ਦੀ ਸੱਤਿਆ ਦਾ ਦੱਸ ਦਈਏ। ਚਾਉ ਪਈ ਸਭੋ ਖਾਲਸੇ ਮਾਹੇ ਤੋਫੀਕ, ਸਾਰੇ ਖਾਲਸੇ ਵਿੱਚ ਪੰਥ ਵਿੱਚ ਵਿਚਾਰ ਹੋਣ ਲੱਗੀ, ਆਹੇ ਖਾਲਸੋ ਮੁਖ ਅਮੀਕ। ਕਿਉਂਕਿ ਖਾਲਸਾ ਹੀ ਮਹਾਰਾਜ ਨੇ ਮੁਖੀ ਕੀਤਾ ਹੈ। ਅੱਜ ਕੱਲ ਇਹਨਾਂ ਗੱਲਾਂ ਦਾ ਪਤਾ ਨਹੀਂ, ਪਰ ਖਾਲਸੇ ਨੂੰ ਪੰਜਾਂ ਪਿਆਰਿਆਂ ਨੂੰ ਚਮਕੌਰ ਦੀ ਗੜ੍ਹੀ 'ਚ ਮਹਾਰਾਜ ਨੇ 22 ਦਸੰਬਰ ਦੀ ਸ਼ਾਮ ਨੂੰ ਗੁਰਿਆਈ ਦਿੱਤੀ ਸੀ। ਖਾਲਸੇ ਨੂੰ ਪੰਜਾਂ ਪਿਆਰਿਆਂ ਨੂੰ 10ਵੇਂ ਪਾਤਸ਼ਾਹ ਨੇ ਮੱਥਾ ਟੇਕਿਆ ਸੀ, ਪਰਿਕਰਮਾ ਕੀਤੀਆਂ ਸੀ ਸਿੰਘਾਂ ਦੀਆਂ। ਇਹ ਅੱਜ ਤੋਂ ਬਾਅਦ ਇਹ ਪੰਜ ਪਿਆਰੇ ਮੇਰਾ ਰੂਪ ਖਾਲਸਾ ਗੁਰੂ ਕਾ ਰੂਪ ਹੋਣਗੇ। ਸੋ ਖਾਲਸੇ 'ਚ ਸਾਰੀਆਂ ਸ਼ਕਤੀਆਂ ਭਰੀਆਂ ਹਨ ਸਤਿਗੁਰੂ ਜੀ ਨੇ। ਤਾਰੂ ਸਿੰਘ ਉਸ ਪਰਚਾ ਲਾਇਆ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹ ਬਚਨ ਪੂਰਾ ਕਰਨ ਲਈ ਕੌਤਕ ਕਰ ਰਹੇ ਨੇ। ਤਾਰੂ ਸਿੰਘ ਉਸ ਸੱਚ ਦਿਖਾਇਆ, ਇਹ ਜ਼ਕਰੀਆ ਖਾਨ ਨੂੰ ਦਿਖਾਣਾ ਚਾਹੁੰਦੇ ਆ ਵੀ ਖਾਲਸੇ 'ਚ ਕਿੰਨੀ ਸ਼ਕਤੀ ਹੈ। ਗੁਰੂ ਖਾਲਸੋ ਖਾਲਸੋ ਗੁਰ ਆਪ। ਇਹ ਬਚਨ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਹਨ। ਹਜੂਰ ਸਾਹਿਬ ਵਿਖੇ ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਹੁਣ ਕੀ ਮਰਿਆਦਾ ਚੱਲੇਗੀ, ਤਾਂ ਭਾਈ ਸੰਤੋਖ ਸਿੰਘ ਜੀ ਨੇ ਉਹ ਬਚਨ ਕੋਟ ਕੀਤੇ ਗੁਰਪ੍ਰਤਾਪ ਵਿੱਚ, ਗੁਰੂ ਖਾਲਸਾ ਖਾਲਸਾ ਗੁਰੂ ਅਬ ਤੇ ਹੋਏ ਐਸੀ ਬਿਦ ਸ਼ੁਰੂ। ਕਹਿੰਦੇ ਖਾਲਸਾ ਗੁਰੂ ਹੈ, ਗੁਰੂ ਖਾਲਸੇ ਵਿੱਚ ਹੈ, ਖਾਲਸਾ ਗੁਰੂ ਵਿੱਚ ਹੈ। ਇਹ ਮਰਿਆਦਾ ਸ਼ੁਰੂ ਕੀਤੀ ਹੈ। ਤਾਰੂ ਸਿੰਘ ਨਿਬਾਬ ਕਹਿਓ ਆਪ, ਤਾਂ ਇਹ ਗੱਲ ਹੁਣ ਨਵਾਬ ਨੇ ਵੀ ਕਹਿ ਕੇ ਘੱਲੀ ਹੈ। ਉਥੋਂ ਜ਼ਕਰੀਆ ਖਾਨ ਨੇ ਵੀ ਤੁਹਾਡਾ ਗੁਰੂ ਕਹਿ ਗਿਆ ਵੀ ਖਾਲਸਾ ਗੁਰੂ ਰੂਪ ਹੈ, ਪੰਜ ਪਿਆਰਿਆਂ 'ਚ ਸੱਤਿਆ ਹੈ। ਨਵਾਬ ਖਾਲਸੇ ਪ੍ਰਣ ਸੱਚਾ ਆਇਆ, ਨਵਾਬ ਜ਼ਕਰੀਆ ਖਾਨ ਨੂੰ ਖਾਲਸੇ ਦੇ ਇਹ ਬਚਨ ਸ਼ਕਤੀ ਦਾ ਪਤਾ ਲੱਗ ਗਿਆ ਹੈ। ਤਉ ਖਾਲਸੇ ਪਹਿ ਮੋਹਿ ਕਲਾਇਆ, ਇਸੇ ਕਰਕੇ ਉਹਨੇ ਮੈਨੂੰ ਤੁਹਾਡੇ ਕੋਲ ਸਿੰਘੋ ਭੇਜਿਆ ਹੈ। ਖਾਲਸੇ ਮਹਿ ਉਨ ਲਖੀ ਤੋਫੀਕ। ਹੁਣ ਜ਼ਕਰੀਆ ਨੂੰ ਸਮਝ ਆ ਗਈ ਹੈ ਖਾਲਸੇ 'ਚ ਬੜੀ ਤੌਫੀਕ ਹੈ, ਬੜੀਆਂ ਰਹਿਮਤਾਂ ਬਖਸ਼ਾਂ ਹਨ ਖਾਲਸੇ ਵਿੱਚ। ਖਾਲਸੋ ਮੁਖ ਉਨ ਲਖਿਓ ਅਮੀਕ, ਖਾਲਸੇ ਦੇ ਮੂੰਹ ਤੋਂ ਨਿਕਲੇ ਹੋਏ ਬਚਨ ਪੂਰੇ ਹੁੰਦੇ ਹਨ। ਇਹ ਪਤਾ ਹੈ ਹੁਣ ਜ਼ਕਰੀਆ ਖਾਨ ਨੂੰ। ਕਹੋ ਖਾਲਸੋ ਸਭ ਕਰ ਦੇਤ, ਖਾਲਸਾ ਜੋ ਕਹੇਗਾ ਉਹ ਹੋ ਜਾਏਗਾ। ਗੁਰੂ ਖਾਲਸੇ ਮੈਂ ਭਿੰਨ ਨਾ ਭੇਤ। ਗੁਰੂ ਤੇ ਖਾਲਸੇ 'ਚ ਕੋਈ ਭਿੰਨ ਭੇਦ ਨਹੀਂ ਹੈ, ਦੋ ਨਹੀਂ ਹਨ, ਇੱਕੋ ਰੂਪ ਹੈ। ਗੁਰੂ ਖਾਲਸੋ ਖਾਲਸੋ ਗੁਰੂ। ਇਹ ਗੁਰੂ ਖਾਲਸਾ ਖਾਲਸਾ ਗੁਰੂ ਇਹ ਬਚਨ ਸ੍ਰੀ 10ਵੇਂ ਪਾਤਸ਼ਾਹ ਜੀ ਮਹਾਰਾਜ ਤੋਂ ਚਲੇ ਆਉਂਦੇ ਆ। ਕਹਿ ਗਏ ਗੁਰੂ ਭਇਓ ਜਬ ਤੁਰੂ, ਜਦੋਂ ਪੰਥ ਚੱਲਿਆ ਉਦੋਂ ਤੋਂ ਮਹਾਰਾਜ ਨੇ ਬਚਨ ਕੀਤੇ ਹਨ 10ਵੇਂ ਪਾਤਸ਼ਾਹ ਜੀ ਨੇ। ਸੰਤ ਸਿੱਖਨ ਮੈਂ ਭੇਤ ਕਛ ਨਾਹੀ, ਗੁਰੂ ਔਰ ਸਿੱਖਾਂ ਵਿੱਚ ਭੇਦ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜ ਹੈ, ਸੰਤ ਅਨੰਤ ਹੈ ਅੰਤਰ ਨਾਹੀ। ਸੈਂਕੜੇ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਨ ਸਾਧ ਸੰਗਤ ਜੀ, ਔਰ ਬੇਅੰਤ ਸੈਂਕੜੇ ਹੀ ਪੰਕਤੀਆਂ ਸ੍ਰੀ 10ਵੇਂ ਗ੍ਰੰਥ ਸਾਹਿਬ ਵਿੱਚ ਵੀ ਹਨ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਰਾਮ ਔਰ ਰਾਮ ਦੇ ਭਗਤ ਇੱਕੋ ਰੂਪ ਹੁੰਦੇ ਹਨ। ਹੈ ਸਭ ਸਿੱਖਣ ਮਾਹੇ ਸਤਾਈ, ਇਹ ਸੱਤਾ ਖਾਲਸੇ ਵਿੱਚ ਹੈ, ਜੋ ਚਾਹੇ ਕਰ ਸਕਦੇ ਹਨ ਸਿੱਖ। ਦੋਹਰਾ ਮਾਰੈ ਰੇਖ ਪਰ ਮੇਖ, ਸੰਤ ਦੇਵੈ ਜੁਗ ਪਲਟਾਏ। ਕਹਿੰਦੇ ਸੰਤ ਤੇ ਰੇਖ 'ਚ ਮੇਖ ਮਾਰ ਕੇ ਯੁੱਗ ਪਲਟਾ ਦਿੰਦੇ ਆ। ਦੇਖੋ ਅਹਿਲਿਆ ਦੇ ਵਾਸਤੇ ਭਗਵਾਨ ਸ੍ਰੀ ਰਾਮਚੰਦਰ ਜੀ ਨੇ ਇੱਕ ਯੁੱਗ ਪਲਟਾਇਆ ਸੀਗਾ। ਅਹਿਲਿਆ ਜਿਹੜੀ ਪੱਥਰ ਬਣ ਗਈ ਸੀ ਤੇ ਉਹ ਪੱਥਰ ਬਣੀ ਰਹਿਣਾ ਸੀ। ਉਹਨੇ ਤੀਸਰੇ ਯੁੱਗ ਦੇ ਵਿੱਚ ਤ੍ਰੇਤੇ ਯੁੱਗ ਵਿੱਚ ਆਉਣੀ ਸੀ ਰਾਮਚੰਦਰ ਜੀ ਦੀ ਵਾਰੀ, ਤੇ ਉਹਨਾਂ ਨੇ ਉਹਨੂੰ ਉਧਾਰ ਕਰਨਾ ਸੀ। ਭਗਵਾਨ ਨੇ ਜਦੋਂ ਵੇਖਿਆ ਵੀ ਇਹ ਭਗਤ ਨਹੀਂ ਹੈ, ਔਰ ਗੌਤਮ ਦੀ ਵੀ ਅਰਦਾਸ ਪਰਮੇਸ਼ਰ ਨੇ ਸੁਣੀ, ਬਚਨ ਹੋਇਆ, ਐਸੀ ਵਿਧ ਬਣੀ ਕਿ ਦੁਆਪਰ ਬਾਅਦ ਚ ਹੋ ਗਿਆ, ਤ੍ਰੇਤਾ ਪਹਿਲੇ ਆ ਗਿਆ ਤੇ ਅਹਿਲਿਆ ਦਾ ਉਧਾਰ ਹੋ ਗਿਆ। ਸੰਤਾਂ ਜਿੰਨੀ ਸੱਤਿਆ ਹੁੰਦੀ ਜੋਗੀ ਪਲਟਾ ਦਿੰਦੇ, ਰੇਖ ਚ ਮੇਖ ਮਾਰ ਦਿੰਦੇ ਆ। ਸੋ ਸੰਤ ਅਬ ਖਾਲਸੋ ਦੇਖਿਓ ਹਮ ਪਰਤਿਆਏ। ਹੁਣ ਉਹ ਸੰਤ ਕੌਣ ਹੈ? ਹੁਣ ਖਾਲਸਾ ਹੀ ਸੰਤ ਹੈ। ਰੱਬ ਦੇ ਪਿਆਰੇ ਹੀ ਸੰਤ ਹੁੰਦੇ ਆ, ਭਾਵੇਂ ਉਹ ਕਿਸੇ ਮਜ਼ਹਬ ਧਰਮ ਵਿੱਚ ਹੋਣ, ਜਿਹੜੇ ਸੱਚ ਤੇ ਤੁਰਦੇ ਹੋਣ, ਜਿਹੜੇ ਰੱਬ ਦੇ ਨਾਲ ਪਿਆਰ ਕਰਦੇ ਹੋਣ। ਅੱਜ ਪ੍ਰਤੱਖ ਕਲਯੁਗ ਦੇ ਵਿੱਚ ਖਾਲਸਾ ਸੰਤ ਹੈ, ਇਹ ਜੋ ਚਾਹੇ ਕਰ ਸਕਦਾ ਹੈ। ਹਾਂਜੀ, ਚਾਉ ਪਈ ਉਸੇ ਖਾਲਸੇ ਮੈਂ ਸ਼ਰਨ ਆਇਓ। ਅੱਜ ਮੈਂ ਉਸੇ ਖਾਲਸੇ ਦੀ ਸ਼ਰਨ ਆਇਆ ਹਾਂ ਸਿੰਘੋ। ਜ਼ਕਰੀਆ ਖਾਨ ਨੇ ਕਹਿ ਭੇਜਿਆ ਵੀ ਮੈਂ ਪੰਥ ਦੀ ਸ਼ਰਨ ਵਿੱਚ ਹਾਂ। ਚਾਹੀਅਤ ਹੈ ਕਛ ਪਰਚਾ ਲਾਇਓ। ਤੇ ਹੁਣ ਖਾਲਸਾ ਜੀ ਸਾਨੂੰ ਚਾਹੀਦਾ ਵੀ ਉਹਦਾ ਕੁਝ ਤਾਂ ਕੁਝ ਪਰਚਾ ਦਿਖਾਈਏ ਉਹਨੂੰ। ਆਪਣੇ ਗੁਰ ਕੀ ਲਾਜ ਨਿਬਾਹਾ। ਹੁਣ ਆਪਣੇ ਗੁਰੂ ਦੀ ਲਾਜ ਨਿਭਾਣੀ ਪੈਣੀ ਹੈ। ਮੈਨੂੰ ਕਸ਼ਟੋ ਕਿਵੇਂ ਬਚਾਹਾ। ਉਹ ਕਹਿੰਦਾ ਵੀ ਆਪਣੇ ਗੁਰੂ ਦੇ ਬਚਨ ਪੂਰੇ ਕਰੋ, ਮੈਨੂੰ ਕਸ਼ਟੋਂ ਬਚਾਓ। ਜਿਮ ਉਨ ਦੁਸ਼ਟ ਥੀ ਮੈਨੂੰ ਕਹੀ। ਸੋ ਖਾਲਸਾ ਜੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਭਾਈ ਸਵੇਗ ਸਿੰਘ ਕਹਿੰਦਾ ਜਿਵੇਂ ਉਹ ਕਹਿ ਰਿਹਾ ਨਾ ਜ਼ਕਰੀਆ ਖਾਨ, ਮੈਂ ਉਹਦੇ ਕਹੇ ਹੋਏ ਬਚਨ ਤੁਹਾਨੂੰ
ਜੋ ਦੁਸ਼ਟ ਨੇ ਮੈਨੂੰ ਕਹਿ ਕੇ ਘੱਲੇ ਨੇ ਮੈਂ ਉਹ ਸੁਣਾ ਰਿਹਾ ਹਾਂ। ਸਕਲ ਖਾਲਸੇ ਸੋ ਕਹਿ ਦਈ, ਸਾਰੀ ਗੱਲ ਭਾਈ ਸੁਬੇਗ ਸਿੰਘ ਨੇ ਖਾਲਸੇ ਨੂੰ ਜ਼ਕਰੀਆ ਖਾਨ ਦੀ ਕਹੀ ਹੋਈ ਦੱਸ ਦਿੱਤੀ। ਔ ਤਾਰੂ ਸਿੰਘ ਥੋਂ ਪੁੱਛ ਆਇਆ, ਔਰ ਮੈਂ ਭਾਈ ਤਾਰੂ ਸਿੰਘ ਨੂੰ ਵੀ ਪੁੱਛ ਕੇ ਆਇਆ ਹਾਂ। ਉਹਨਾਂ ਨੇ ਵੀ ਕਿਹਾ ਹੈ ਵੀ ਜੇ ਭਾਈ ਖਾਲਸਾ ਬਖਸ਼ ਦੇਵੇ ਤੇ ਬਖਸ਼ ਦੇਵੇ, ਮੈਂ ਨਹੀਂ ਬਖਸ਼ ਸਕਦਾ। ਉਨ ਖਾਲਸੇ ਕੋ ਅਦਬ ਸੁਨਾਇਆ, ਭਾਈ ਤਾਰੂ ਸਿੰਘ ਜੀ ਨੇ ਕਹਿ ਭੇਜਿਆ ਹੈ ਵੀ ਖਾਲਸੇ ਦਾ ਮੈਂ ਵੀ ਅਦਬ ਰੱਖਦਾ ਹਾਂ। ਪੰਥ ਖਾਲਸਾ ਜੋ ਕਹੇਗਾ ਸਾਨੂੰ ਪ੍ਰਵਾਨ ਹੋਏਗਾ। ਔਰ ਕਿਸੇ ਕੋ ਮੰਨੈ ਨਾ ਤਾਨ, ਤਾਰੂ ਸਿੰਘ ਹੋਰ ਤਾਂ ਕਿਸੇ ਦੀ ਮੰਨਦਾ ਨਹੀਂ ਹੈ। ਖਾਲਸੇ ਕੋ ਚਹਿ ਰਾਖਿਓ ਮਾਨ, ਉਹ ਖਾਲਸੇ ਦਾ ਮਾਣ ਰੱਖਦਾ, ਕਹਿੰਦਾ ਜੋ ਸਿੰਘ ਕਹਿ ਦੇਣਗੇ ਉਹ ਮੈਂ ਮੰਨ ਲਵਾਂਗਾ। ਖਾਲਸਾ ਉੱਤੇ ਉਸ ਗੁੱਸਾ ਨਾ ਹੋਏ, ਖਾਲਸੇ ਨਾਲ ਤਾਰੂ ਸਿੰਘ ਨਾਰਾਜ਼ ਨਹੀਂ ਹੋਵੇਗਾ। ਜੇ ਖਾਲਸਾ ਜ਼ਕਰੀਆ ਦੀ ਜਾਨ ਬਖਸ਼ ਵੀ ਦੇਵੇਗਾ ਤੇ ਤਾਰੂ ਸਿੰਘ ਉਹਨੂੰ ਪ੍ਰਵਾਨ ਕਰੇਗਾ। ਕਹੀ ਖਾਲਸੇ ਮੰਨ ਲੈ ਸੋਏ, ਖਾਲਸੇ ਦੀ ਕਈ ਤਾਰੂ ਸਿੰਘ ਮੰਨੇਗਾ। ਜਾਓ ਕੁਛ ਖਾਲਸੇ ਆਛੋ ਹੋਈ, ਜੋ ਖਾਲਸਾ ਕਰੇਗਾ ਅੱਛਾ ਹੀ ਕਰੇਗਾ, ਖਾਲਸਾ ਕਦੀ ਗਲਤ ਨਹੀਂ ਕਰੇਗਾ। ਲਗਤ ਤਾਰੂ ਸਿੰਘ ਆਛੋ ਸੋਈ, ਜੋ ਖਾਲਸੇ ਨੂੰ ਅੱਛਾ ਲੱਗੇਗਾ ਉਹ ਤਾਰੂ ਸਿੰਘ ਨੂੰ ਵੀ ਅੱਛਾ ਲੱਗੇਗਾ। ਤਾਰੂ ਸਿੰਘ ਤੇ ਡਰੋ ਸੋ ਨਾਹੀ, ਸੋ ਸਿੰਘੋ ਹੁਣ ਤਾਰੂ ਸਿੰਘ ਤੋਂ ਨਾ ਡਰੋ, ਮੈਂ ਉਹਦੀ ਸਹਿਮਤੀ ਨਾਲ ਹੀ ਤੁਹਾਡੇ ਕੋਲ ਆਇਆ ਹਾਂ, ਪੰਥ ਦੇ ਕੋਲ ਆਇਆ ਹਾਂ। ਸੁਬੇਗ ਸਿੰਘ ਜੋ ਆਖ ਸੁਨਾਈ, ਇਹ ਗੱਲ ਭਾਈ ਸੁਬੇਗ ਸਿੰਘ ਜੀ ਨੇ ਪੰਥ ਖਾਲਸੇ ਦੇ ਸਾਹਮਣੇ ਦੀਵਾਨ ਦੇ ਵਿੱਚ ਹੱਥ ਜੋੜ ਕੇ ਕਹੀ ਹੈ। ਤਬੈ ਖਾਲਸੇ ਬਾਤ ਵਿਚਾਰੀ, ਤਾਂ ਹੁਣ ਖਾਲਸੇ ਨੇ ਵਿਚਾਰ ਕੀਤੀ ਹੈ। ਮਾਨੈ ਗੋ ਜੋ ਕਹੀ ਹਮਾਰੀ, ਕਹਿੰਦੇ ਜੇ ਸਾਡਾ ਵਚਨ ਮੰਨੇਗਾ ਭਾਈ ਤਾਰੂ ਸਿੰਘ ਤਾਂ ਫਿਰ ਉਹਨੂੰ ਬੇਨਤੀ ਕਰੋ। ਸਭ ਸਿੰਘਣ ਨੇ ਮਤਾ ਪਕਾਇਆ, ਸਾਰੇ ਖਾਲਸੇ ਨੇ ਮਤਾ ਕੀਤਾ, ਗੁਰਮਤਾ ਸੋਧਿਆ। ਗੁਰੂ ਖਾਲਸੇ ਐਸ ਠਰਾਇਆ, ਗੁਰੂ ਖਾਲਸਾ ਇਸ ਤਰ੍ਹਾਂ ਵਿਚਾਰ ਕਰਦਾ ਹੈ ਵੀ ਹੁਣ ਦੋਹਰਾ ਪਹਿਲਾਂ ਜੋ 12 ਮਾਜਰੇ ਥੇ ਅੰਮ੍ਰਿਤਸਰ ਸਾਥ, ਕਹਿੰਦੇ 12 ਪਿੰਡ ਜਿਹੜੇ ਸ੍ਰੀ ਅੰਮ੍ਰਿਤਸਰ ਨੂੰ ਜਗੀਰ ਦਿੱਤੀ ਸੀ ਨਾ ਜ਼ਕਰੀਆ ਖਾਨ ਸਿੰਘ, ਗੱਲਾਂ ਕਰਨ ਲੱਗ ਪਏ ਆਪਸ ਵਿੱਚ ਬੈਠੇ। ਅਜੇ ਫੈਸਲਾ ਨਹੀਂ, ਫਾਈਨਲ ਨਹੀਂ ਹੋਇਆ। ਸਿੰਘ ਜਦੋਂ ਬੈਠੇ ਨੇ, ਸਾਰਾ ਪੰਥ ਬੈਠਾ ਹੈ, ਉਹਦੇ ਵਿੱਚ ਗੱਲ ਚੱਲੀ ਹੈ। ਕਹਿੰਦੇ ਹੁਣ ਜ਼ਕਰੀਏ ਨੂੰ ਤਨਖਾਹ ਲਾਈਏ, ਫਿਰ ਕੀ ਲਾਈਏ? ਵਿੱਚੋਂ ਹੀ ਸਿੰਘ ਕਹਿਣ ਲੱਗੇ ਇੰਜ ਕਰੀਏ, ਉਹਨੇ 12 ਪਿੰਡ ਜਿਹੜੀ ਜਗੀਰ ਦਿੱਤੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ, ਛੋਟੇ ਲੈ ਕੇ ਵੱਡੇ ਦਾ ਉੱਠ ਕੇ ਆਪਣੇ ਹੱਥ, ਉਹਨੂੰ ਕਹੋ ਵੀ ਪਿੰਡ ਛੋਟੇ ਹਨ, ਇਹਦੇ ਨਾਲ ਲੰਗਰ ਦਾ ਖਰਚਾ ਨਹੀਂ ਚੱਲਦਾ ਖਾਲਸੇ ਦਾ। 12 ਪਿੰਡ ਛੋਟੇ ਹਨ, ਵੱਡੇ ਪਿੰਡ ਦਵੇ ਸਾਨੂੰ, ਹੁਣ 12 ਪਰਗਣੇ ਦਵੇ, ਫੇਰ ਗੱਲ ਕਰਾਂਗੇ। ਕਹਿੰਦੇ ਹਾਂਜੀ। ਜਾਓ ਪਈ ਖਾਨ ਬਹਾਦਰ ਖਾਨੋ ਭੈਣ, ਜਿਹੜੀ ਖਾਨ ਬਹਾਦਰ ਜ਼ਕਰੀਆ ਦੀ ਭੈਣ ਖਾਨੋ ਹੈ, ਵਸੈ ਫਰਜੁਲਾ ਖਾਂ ਕੇ ਐਨ, ਔਰ ਫਰਜੁੱਲੇ ਖਾਨ ਨੂੰ ਵਿਆਹੀ ਹੋਈ ਆ ਜੋ, ਫਰਜੁਲਾਪੁਰ ਤਿਸ ਗ੍ਰਾਮ ਬਸਾਇਆ, ਉਹਨੇ ਪਿੰਡ ਵਸਾਇਆ ਫਰਜੁੱਲਾਪੁਰ। ਨਵਾਬ ਕਪੂਰ ਸਿੰਘ ਥੋਊ ਵਸਾਇਆ, ਉਹੀ ਨਵਾਬ ਕਪੂਰ ਸਿੰਘ ਦਾ ਪਿੰਡ ਹੈ। ਭਾਈ ਨਵਾਬ ਕਪੂਰ ਸਿੰਘ ਦਾ ਪਿੰਡ ਸੀ ਫੈਜ਼ੁੱਲਾਪੁਰ। ਉਹ ਫਰਜ਼ੁੱਲੇ ਖਾਨ ਨੇ ਵਸਾਇਆ ਸੀ, ਤੇ ਫਰਜ਼ੁੱਲਾ ਜ਼ਕਰੀਆ ਦਾ ਜੀਜਾ ਲੱਗਦਾ ਸੀਗਾ। ਯਾਨੀ ਜਿਹੜੀ ਉਹਦੀ ਭੈਣ ਤੇ ਭਣਵਈਏ ਨੇ ਪਿੰਡ ਫਰਜ਼ੁੱਲਾ ਵਸਾਇਆ ਹੋਇਆ ਹੈ। ਤਿਸ ਕੋ ਪਟੋ ਦਇਓ ਕਲਾਏ, ਉਹਨੂੰ ਕਹੋ ਵੀ ਉਹ ਪਿੰਡ ਹੁਣ ਖਾਲਸੇ ਨੂੰ ਦੇ ਦੇਵੇ। ਭਾਈ ਕਪੂਰ ਸਿੰਘ ਨਵਾਬ ਜੀ ਦਾ ਪਿੰਡ ਆ, ਉਹਨਾਂ ਦੇ ਨਾਂ ਕਰ ਦੇਵੇ। ਸਿੰਘਪੁਰੋ ਤਿਸ ਨਾਮ ਧਰਾਏ, ਅਸੀਂ ਉਹਦਾ ਨਾਮ ਵੀ ਫਰਜ਼ੁੱਲਾਪੁਰ ਤੋਂ ਸਿੰਘਪੁਰਾ ਕਰਨਾ ਹੈ, ਉਹਦਾ ਨਾਂ ਬਦਲ ਦੇਣਾ ਹੈ, ਉਹ ਵੀ ਮੰਨ ਲਵੇ। ਸੂਨ ਕਪੂਰ ਸਿੰਘ ਗੁੱਸਾ ਕੀਆ, ਇਹ ਸੁਣ ਕੇ ਕਪੂਰ ਸਿੰਘ ਕਹਿਣ ਲੱਗਾ, ਸਿੰਘੋ ਇਹ ਕਿਹੜੀਆਂ ਗੱਲਾਂ ਕਰਨ ਲੱਗ ਪਏ ਹੋ? ਆਪਾਂ ਉਹਦੇ ਨਾਲ ਕੋਈ ਸੌਦੇਬਾਜ਼ੀ ਕਰਨੀ ਹੈ? ਆਪਾਂ ਉਹਦੇ ਕੋਲੋਂ ਤੇਗਾ ਮਾਰ ਕੇ ਉਂਝ ਸਾਰੇ ਮੁਲਕ ਲੈ ਲੈਣੇ ਆ, ਹੁਣ ਪਿੰਡਾਂ ਦੀ ਥੋੜੀ ਮੰਗ ਕਰਨੀ ਆ ਆਪਾਂ। ਹਾਂਜੀ। ਮੰਗਿਓ ਰਾਜ ਕਿਨ ਹਮਕੋ ਦੀਆ, ਮੰਗਿਆ ਹੋਇਆ ਰਾਜ ਸਾਨੂੰ ਕਿਸੇ ਨਹੀਂ ਦਿੱਤਾ ਦੇਣਾ, ਆਪਾਂ ਮੰਗ ਕੇ ਨਹੀਂ ਲੈਣਾ। ਸਭੈ ਪਿੰਡ ਅਬ ਹੋਏ ਹਮਾਰੇ, ਥੋੜੇ ਦਿਨਾਂ 'ਚ ਸਾਰਾ ਪਿੰਡ ਹੀ ਸਾਡੇ ਹੋ ਜਾਣੇ ਆ। ਜਬ ਹਮ ਲੇਹ ਲਾਹੌਰੇ ਮਾਰੇ, ਜਦੋਂ ਆਪਾਂ ਲਾਹੌਰ ਹੀ ਮਾਰ ਲਿਆ, ਲਾਹੌਰ ਤੇ ਹੀ ਕਬਜ਼ਾ ਕਰ ਲਿਆ, ਫਿਰ 12 ਪਿੰਡਾਂ ਦੀ ਕੀ ਗੱਲ ਆ? 12,000 ਪਿੰਡ ਹੋ ਜਾਣੇ। ਫਿਰ ਤਾਂ ਸਾਰੀ ਦੁਨੀਆ ਸਾਡੀ ਹੋ ਜਾਣੀ ਹੈ। ਜੇ ਆਪਾਂ ਲਾਹੌਰ ਤੇ ਕਬਜ਼ਾ ਕਰਨਾ ਤੇ ਐਵੇਂ ਕਾਹਨੂੰ ਆਪਾਂ ਤਰਲੇ ਕਰੀਏ ਉਹਦੇ ਅੱਗੇ? ਹੁਣ ਅਬ ਜੋ ਹਮੈ ਗੁਰ ਬਚਨ ਸੁਨਾਈ, ਸੋ ਹੁਣ ਆਪਾਂ ਉਹ ਗਾਏ ਗੱਲ ਨਹੀਂ ਕਰਨੀ, ਇਹ ਤੁਸੀਂ ਛੱਡੋ। ਉਹ ਵਿੱਚੋਂ ਸਿੰਘਾਂ ਨੇ ਛੇੜ ਦਿੱਤੇ ਸੀ ਨਾ ਵੀ 12 ਪਿੰਡਾਂ ਦੇ ਨਾਲ ਖਰਚਾ ਨਹੀਂ ਚੱਲਦਾ ਦਰਬਾਰ ਸਾਹਿਬ ਦਾ, ਤੇ ਵੱਡੇ ਪਿੰਡ ਦਿਓ ਸਾਨੂੰ, ਪਰਗਣੇ ਦਿਓ। ਸਿੰਘਾਂ ਦੇ ਵੱਖਰੇ ਵੱਖਰੇ ਮਤ ਹੁੰਦੇ, ਜਦੋਂ ਸਿੰਘ ਬਹਿੰਦੇ ਆ ਨਾ ਫਿਰ ਭਾਂਤ ਭਾਂਤ ਦੀਆਂ ਬੋਲੀਆਂ ਬੋਲਦੇ ਆ। ਪਰ ਅੱਜ ਨਾਲੋਂ ਇਹ ਫਰਕ ਸੀ ਵੀ ਜਥੇਦਾਰ ਦੀ ਸੁਣ ਲੈਂਦੇ ਸੀ, ਹੁਣ ਜਥੇਦਾਰ ਦੀ ਨਹੀਂ ਸੁਣਦੇ। ਉਹ ਕਹਿੰਦੇ ਤੂੰ ਚੁੱਪ ਰਹਿ, ਜਿਹੜੀ ਅਸੀਂ ਗਈ ਆ ਉਹ ਹੋਣੀ ਆ, ਤੇ ਉਹ ਕਿਸੇ ਦੀ ਵੀ ਸਿਰੇ ਨਹੀਂ ਲੱਗਦੀ। ਬਾਬਾ ਕਪੂਰ ਸਿੰਘ ਸੁਣ ਤਾਂ ਲੈਂਦੀ ਸਾਰਿਆਂ ਦੀ, ਫਿਰ ਉਹਨਾਂ ਨੇ ਫੈਸਲਾ ਦਿੱਤਾ, ਕਹਿੰਦੇ ਸਿੰਘੋ ਏਦਾਂ ਨਹੀਂ ਕਰੀਦਾ ਹੁੰਦਾ, ਜਿਹੜਾ ਕੰਮ ਕਰਨਾ ਆਪਾਂ ਗੁਰਮਤੇ ਨਾਲ ਕਰੀਏ।
ਹੁਣ ਤਾਂ ਆਪਣੇ ਸਾਹਮਣੇ ਹੈ, ਜ਼ਕਰੀਏ ਨੂੰ ਦੱਸਣਾ ਹੈ ਵੀ ਖਾਲਸੇ ਦੇ ਬਚਨਾਂ 'ਚ ਕਿੰਨੀ ਸੱਤਿਆ ਹੈ। ਮਰਨ ਕਾਲ ਕੇ ਦੁਖ ਸੰਤਾਈ, ਉਹਨੂੰ ਮਰਨ ਕਾਲ ਦਾ ਦੁੱਖ ਸਤਾ ਰਿਹਾ ਹੈ। ਮਰਨ ਕਾਲ ਕੋ ਦੁਖ ਹੈ ਭਾਰੀ, ਮਰਨ ਕਾਲ ਦਾ ਦੁੱਖ ਵੱਡਾ ਹੁੰਦਾ ਹੈ। ਨਵਾਬ ਕਪੂਰ ਸਿੰਘ ਐਸ ਉਚਾਰੀ, ਭਾਈ ਕਪੂਰ ਸਿੰਘ ਜੀ ਨਵਾਬ ਇਉਂ ਕਹਿਣ ਲੱਗੇ, ਜਨਮ ਮਰਨ ਜਗ ਦੁਖ ਦੋ ਆਹੀ, ਦੋ ਦੁੱਖ ਨੇ ਭਾਈ ਦੁਨੀਆ ਦੇ ਜੰਮਣ ਦਾ ਤੇ ਮਰਨ ਦਾ। ਜਾਂ ਤੇ ਸਤਿਗੁਰ ਹੋਏ ਸਹਾਈ, ਇਸ ਕਰਕੇ ਅਰਦਾਸ ਹੀ ਕਰਨੀ ਚਾਹੀਦੀ ਹੈ, ਮਹਾਰਾਜ ਸਹਾਈ ਹੋਣ ਤੇ ਕਟਿਆ ਜਾਵੇ। ਦੋਹਰਾ ਇਮ ਉਨ ਸ੍ਰੀ ਗੁਰੂ ਗ੍ਰੰਥ ਕੋ ਲਿਓ ਆਸਰੋ ਆਏ। ਹੁਣ ਦੇਖੋ ਜ਼ਕਰੀਏ ਨੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਿਆ ਨੇ, ਗੁਰਬਾਣੀ ਦੀਆਂ ਪੰਕਤੀਆਂ ਸਾਨੂੰ ਸੁਣਾ ਕੇ ਸਾਨੂੰ ਮਜਬੂਰ ਕਰ ਦਿੱਤਾ ਵੀ ਹੁਣ ਕੋਈ ਨਾ ਕੋਈ ਹੱਲ ਕਰੀਏ। ਇਤਨੇ ਖਾਤਰ ਦੁਸ਼ਟ ਕੋ ਦੀਜੈ ਪ੍ਰਚਾ ਦਿਖਾਏ, ਇਸ ਕਰਕੇ ਉਸ ਦੁਸ਼ਟ ਨੂੰ ਨਾਲੇ ਤਾਂ ਖਾਲਸੇ ਦੀ ਕਰਾਮਾਤ ਦਾ ਪਤਾ ਲੱਗ ਜਾਏਗਾ, ਪਰਚਾ ਹੋ ਜਾਏਗਾ ਉਹਦਾ, ਤੇ ਨਾਲੇ ਉਹਦਾ ਕੰਮ ਫਤਿਹ ਹੋ ਜਾਏਗਾ। ਚਾਉ ਪਈ ਦੁਸ਼ਟ ਬਖਸ਼ਨੋ ਵੱਡੋ ਅਜੋਗ, ਉਸ ਦੁਸ਼ਟ ਨੂੰ ਬਖਸ਼ਣਾ ਦਾ ਬੜਾ ਵੱਡਾ ਪਾਪ ਹੈ, ਅਜੋਗ ਹੈ। ਗੁਰ ਕੇ ਬਚਨ ਰੱਖਣ ਭਇਓ ਜੋਗ, ਪਰ ਹੁਣ ਗੁਰਬਾਣੀ ਦੀ ਉਹਨੇ ਓਟ ਲੈ ਲਈ ਹੈ, ਉਹ ਵੀ ਗੱਲ ਰੱਖਣੀ ਹੈ ਆਪਾਂ। ਪੰਜ ਸਿੰਘ ਤਬ ਸਿੰਘਨ ਉਠਾਏ, ਭਾਈ ਕਪੂਰ ਸਿੰਘ ਜੀ ਕਹਿਣ ਲੱਗੇ, ਉਠੋ ਖਾਲਸਾ ਜੀ, ਪੰਜ ਸਿੰਘ ਉਠੋ। ਇਮ ਕਹਿ ਦਈ ਅਰਦਾਸ ਕਰਾਈ, ਪੰਜ ਸਿੰਘਾਂ ਨੂੰ ਕਿਹਾ ਅਰਦਾਸਾ ਸੋਧੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ। ਤਾਰੂ ਸਿੰਘ ਕੀ ਜੂਤਨ ਸਾਥ, ਪੰਜ ਸਿੰਘਾਂ ਨੇ ਅਰਦਾਸਾ ਕਰਕੇ ਫੈਸਲਾ ਦਿੱਤਾ। ਨਵਾਬ ਕਪੂਰ ਸਿੰਘ ਸਾਹਿਬ ਜੀ ਬੋਲੇ, ਕਹਿੰਦੇ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਹੋਵੇ ਨਵਾਬ ਲਵਾਵੈ ਸਿੰਘ ਕੇ ਹਾਥ, ਤੇ ਉਹ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਨਵਾਬ ਦੇ ਸਿਰ 'ਚ ਮਾਰੀ ਜਾਵੇ। ਛੁਟੈ ਪਿਸ਼ਾਬ ਨਵਾਬ ਸੁਖ ਹੋਏ, ਔਰ ਜੁੱਤੀ ਮਾਰਨ ਦੀ ਸੇਵਾ ਵੀ ਭਾਈ ਸੁਵੇਗ ਸਿੰਘ ਹੀ ਕਰਨ ਤੇ ਫਿਰ ਗੱਲ ਬਣੇਗੀ। ਫਿਰ ਮਰੈ ਤਾਰੂ ਸਿੰਘ ਆਗੈ ਸੋਏ, ਫਿਰ ਪਿਸ਼ਾਬ ਖੁੱਲ ਕੇ ਆਵੇਗਾ ਪਰ ਜਾਨ ਨਹੀਂ ਬਚੇਗੀ ਉਸਦੀ। ਤਾਰੂ ਸਿੰਘ ਕੀ ਆਗਿਆ ਪਾਉ, ਔਰ ਇਹਦੇ ਲਈ ਤਾਰੂ ਸਿੰਘ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਇੱਕ ਵਾਰੀ ਉਹਨੂੰ ਜ਼ਰੂਰ ਪੁੱਛ ਲਿਆ ਜੇ। ਤਉ ਨਵਾਬ ਕੋ ਜੁੱਤੀ ਸੁਹਾਉ, ਜੇ ਤਾਰੂ ਸਿੰਘ ਮੰਨ ਜਾਵੇ ਤਾਂ ਉਹਨਾਂ ਦੇ ਪੈਰ ਦੀ ਜੁੱਤੀ ਜਾ ਕੇ ਜ਼ਕਰੀਏ ਦੇ ਸਿਰ 'ਚ ਮਾਰੋ। ਤਾਰੂ ਸਿੰਘ ਕੀ ਆਗਿਆ ਬਾਜ, ਉਹਦੀ ਆਗਿਆ ਤੋਂ ਬਿਨਾਂ ਨਹੀਂ ਕਰਨਾ, ਤਾਰੂ ਸਿੰਘ ਦੀ ਆਗਿਆ ਤੋਂ ਬਿਨਾਂ। ਕਰੋ ਨਾ ਕਛੂ ਨਿਭਾਵੈ ਕਾਜ, ਤੇ ਨਵਾਬ ਜ਼ਕਰੀਏ ਖਾਨ ਦਾ ਕੋਈ ਕੰਮ ਨਹੀਂ ਹੋ ਸਕਦਾ ਜਿੰਨਾ ਚਿਰ ਤਾਰੂ ਸਿੰਘ ਦੀ ਸਹਿਮਤੀ ਨਹੀਂ ਹੁੰਦੀ। ਗੁਰ ਬਚਨਨ ਖਾਤਰ ਜਾਓ ਕੀਓ, ਸੋ ਗੁਰੂ ਦੇ ਬਚਨਾਂ ਦੇ ਮੁਤਾਬਕ ਇਹ ਖਾਲਸੇ ਨੇ ਫੈਸਲਾ ਕੀਤਾ ਹੈ ਭਾਈ। ਤਾਰੂ ਸਿੰਘ ਕੋ ਯੋ ਕਹਿ ਦਿਓ, ਸੋ ਤਾਰੂ ਸਿੰਘ ਨੂੰ ਇਸ ਤਰ੍ਹਾਂ ਜਾ ਕੇ ਕਹਿਣਾ ਭਾਈ ਸੁਵੇਗ ਸਿੰਘ ਦੇ ਰਾਹੀਂ ਸੁਨੇਹਾ ਦਿੱਤਾ ਤੇ ਸੁਵੇਗ ਸਿੰਘ ਜੀ ਲਾਹੌਰ ਗਏ। ਤੋ ਸਾਧ ਸੰਗਤ ਜੀ, ਅੱਜ ਬਲਜੀਤ ਸਿੰਘ ਜੀ ਕਹਿ ਰਹੇ ਸੀ ਵੀ ਤੁਸੀਂ ਜ਼ਕਰੀਆ ਨੂੰ ਮਾਰਦੇ ਹੀ ਨਹੀਂ ਪਏ। ਮੈਂ ਕਿਹਾ ਇੰਨੀ ਛੇਤੀ ਕਿਵੇਂ ਮਾਰ ਦਈਏ, ਤੜਫਾ ਕੇ ਮਾਰਾਂਗੇ ਤੇ ਇਹਦੇ 2-4 ਦਿਨ ਲਾ ਲਓ, ਇਹਨੂੰ ਰਗੜਾ ਦੇ ਲਓ ਜਿੰਨਾ ਕੁ ਹੁੰਦਾ। ਸੋ ਖਾਲਸਾ ਜੀ, ਸਮਾਂ ਆਪਣੇ ਵੱਲੋਂ ਦਾ ਜ਼ੋਰ ਲਾਈਦਾ ਪਰ ਕਥਾ ਹੀ ਬੜੇ ਵਿਸਥਾਰ ਵਾਲੀ ਹੈ। ਸੋ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤੇ ਕੱਲ ਨੂੰ ਉਹਦੀ ਮਰਨ ਦੀ ਵੀ ਆਪਾਂ ਕਥਾ ਸੁਣਾਂਗੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਨਾਲ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ। ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਤਾਰੂ ਸਿੰਘ ਜੀ ਦੀ ਸਾਖੀ ਆਪਾਂ ਬਹੁਤ ਦਿਨਾਂ ਤੋਂ